ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਨੌਵਾਂ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਤ ਕੀਨ। ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਸਤਿਗੁਰੂ ਜੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਬੜੇ ਪ੍ਰੇਮ ਤੇ ਬੜੇ ਵੈਰਾਗ ਵਿੱਚ ਸਾਨੂੰ ਜ਼ਿੰਦਗੀ ਦੀ ਹਕੀਕਤ ਵੀ ਦੱਸਦੇ ਆ ਤੇ ਸਾਡਾ ਨਿਸ਼ਾਨਾ ਵੀ ਦੱਸਦੇ ਆ। ਸਾਧ ਸੰਗਤ, ਸਾਰੀ ਬਾਣੀ ਇੱਕੋ ਸੂਤਰ ਧਾਰ ਵਿੱਚ ਬੱਝੀ ਹੋਈ ਹੈ, ਪਰ ਜਦੋਂ ਅਸੀਂ ਅੱਜ ਵਿਸ਼ੇਸ਼ ਤੌਰ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਯਾਦ ਕਰ ਰਹੇ ਹਾਂ ਨਾ ਜੀ, ਤਾਂ ਜਿੰਨਾ ਕੁ ਅਨੁਭਵ ਸਤਿਗੁਰੂ ਜੀ ਦਿੰਦੇ ਆ, ਮੈਂ ਉਨੀ ਕੁ ਤੁਹਾਡੇ ਚਰਨਾਂ 'ਚ ਬੇਨਤੀਆਂ ਕਰਨੀਆਂ ਚਾਹੁੰਦਾ। ਜਿੰਨੀ ਕੁ ਬੁੱਧ ਮੱਤ ਸਤਿਗੁਰੂ ਦਿੰਦੇ ਆ, ਮਹਾਰਾਜ ਦੀ ਬਾਣੀ ਪੜ੍ਹ ਕੇ ਜੋ ਮੈਨੂੰ ਲੱਗਦਾ ਹੈ ਕਿ ਸੱਚੇ ਪਾਤਸ਼ਾਹ ਹਜ਼ੂਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਜੋ ਸਾਨੂੰ ਉਪਦੇਸ਼ ਦੇ ਰਹੇ ਆ, ਜੋ ਸਾਨੂੰ ਬਣਾਉਣਾ ਚਾਹੁੰਦੇ ਆ ਮਹਾਰਾਜ, ਕਦੀ ਮਹਿਸੂਸ ਕਰੋ ਮਹਾਰਾਜ ਜੀ ਇੱਦਾਂ ਲੱਗਦਾ ਜਿਵੇਂ ਸ਼ਬਦ ਦੇ ਰਾਹੀਂ ਸਾਨੂੰ ਪੱਲਾ ਫੜਾ ਕੇ, ਉਂਗਲੀ ਫੜਾ ਕੇ, ਸ਼ਬਦ ਸਤਿਗੁਰੂ ਜੀ ਦਾ ਸਰੂਪ ਹੈ। ਤੇ ਜਦੋਂ ਅਸੀਂ ਸਤਿਗੁਰੂ ਜੀ ਗੁਰਮੂਰਤ ਗੁਰ ਸ਼ਬਦ ਹੈ, ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਇਹ ਜਗਤ ਜਿਹੜਾ ਸਾਰਾ ਹੈ ਇਹ ਪੰਜ ਤੱਤਾਂ ਦਾ ਰਚਿਆ ਹੋਇਆ, ਤੇ ਪੰਜ ਤੱਤਾਂ ਨੇ ਸਰੀਰ ਕਰਕੇ ਪੰਜਾਂ ਤੱਤਾਂ 'ਚ ਲੀਨ ਹੋ ਜਾਣਾ। ਮਹਾਰਾਜ ਕਹਿੰਦੇ ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਜਹ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਸਫ਼ਰ ਤੇ ਸਾਡੇ ਅੰਤਰ ਆਤਮਾ ਵਾਹਿਗੁਰੂ ਜੀ ਦੀ ਟਿਕੀ ਹੋਈ ਜੋਤ ਕਰ ਰਹੀ ਹੈ, ਜਿਹਨੂੰ ਬਾਬਾ ਕਬੀਰ ਕਹਿੰਦੇ ਕਉ ਕਬੀਰੇ ਰਾਮ ਕੀ ਅੰਸ਼। ਇਹ ਰਾਮ ਕੀ ਅੰਸ਼ ਨੇ ਰਾਮ ਵਿੱਚ ਸਮਾਉਣਾ ਹੈ। ਵਾਹਿਗੁਰੂ ਜੀ ਦੀ ਜੋਤ ਸਾਰਿਆਂ ਵਿੱਚ ਇੱਕ ਸਮਾਨ ਹੀ ਹੈ। ਇਨਸਾਨਾਂ ਨੇ ਵੰਡੀਆਂ ਪਾਈਆਂ ਹੋਣਗੀਆਂ, ਪਰਮੇਸ਼ਰ ਨੇ ਜੋਤ ਟਿਕਾਉਂਦਿਆਂ ਵੰਡੀਆਂ ਨਹੀਂ ਪਾਈਆਂ। ਉਹ ਤੇ ਸਾਰਿਆਂ 'ਚ ਸਭ ਮੈਂ ਜੋਤ, ਜੋਤ ਹੈ ਸੋਏ। ਉੱਚਾ ਨੀਵਾਂ, ਅਮੀਰ ਗਰੀਬ, ਉੱਤਰ ਦੱਖਣ ਪੂਰਬ ਪੱਛਮ, ਸੁੱਚ ਪਿੱਟ, ਇਸਤਰੀ ਪੁਰਖ, ਇਹ ਵੀ ਕੋਈ ਵੰਡੀ ਨਹੀਂ ਸਾਧ ਸੰਗਤ। ਸੋ ਜੋ ਰਾਮ ਕੀ ਅੰਸ਼ ਹੈ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਵੀ ਉਹ ਰਾਮ ਤੱਕ ਪਹੁੰਚ ਜਾਏ। ਸਾਡੀ ਜੋ ਮੰਜ਼ਲ ਦੱਸਦੇ ਆ ਗੁਰੂ ਸਾਹਿਬ ਜੀ, ਸਾਨੂੰ ਪੱਲਾ ਫੜਾ ਕੇ, ਉਂਗਲੀ ਫੜਾ ਕੇ ਸਤਿਗੁਰੂ ਜੀ ਜਿੱਥੇ ਲੈ ਕੇ ਜਾਣਾ ਚਾਹੁੰਦੇ ਆ। ਸਿੱਧੇ ਜਿਹੇ ਸ਼ਬਦਾਂ ਵਿੱਚ ਕਹਾਂ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਵੀ ਭਲਿਆ ਮੈਂ ਤੈਨੂੰ ਬੰਦੇ ਤੋਂ ਰੱਬ ਬਣਾਉਣਾ ਚਾਹੁੰਦਾ। ਨਾਨਕ ਲੀਨ ਭਇਓ ਗੋਬਿੰਦ ਸਿਉ। ਹੋਰ ਸੌਖਾ ਸਮਝਣ ਲਈ ਜੇ ਕੋਈ ਕਹੇ ਮੈਂ ਤੈਨੂੰ ਕਤਰੇ ਤੋਂ ਸਮੁੰਦਰ ਬਣਾਉਣਾ ਚਾਹੁੰਦਾ। ਕਤਰਾ ਇੱਕ ਬੂੰਦ ਦਾ ਵੀ ਕਈ 100 ਗੁਣਾ ਹਿੱਸਾ, ਜਦੋਂ ਹਿੱਸੇ ਕਰੀਏ, ਇੱਕ ਬੂੰਦ ਹੋਏ ਨਾ ਸਾਡੀ ਉਂਗਲੀ ਤੇ ਟਪਕ ਰਹੀ, ਤੇ ਉਸ ਬੂੰਦ ਨੂੰ ਕਦੀ ਅਸੀਂ ਉਂਗਲੀ ਦੇ ਨਹੁੰ ਦੇ ਨਾਲ ਦੂਰ ਸੁੱਟਣ ਦਾ ਯਤਨ ਕਰੀਏ ਤੇ ਇੱਕ ਬੂੰਦ ਤੋਂ ਸੈਂਕੜੇ ਕਤਰੇ ਬਣ ਜਾਂਦੇ ਜੀ। ਤੇ ਉਹ ਕਤਰਾ ਕਈ ਵਾਰੀ ਇੰਨਾ ਸੂਖਮ ਹੁੰਦਾ ਕਿ ਸਾਡੇ ਜਿਸਮ ਤੇ ਵੀ ਪਏ ਤੇ ਸਾਨੂੰ ਪਤਾ ਨਹੀਂ ਲੱਗਦਾ, ਇੰਨਾ ਸੂਖਮ, ਇੰਨਾ ਛੋਟਾ। ਹੁਣ ਜਿਹੜਾ ਇੰਨਾ ਛੋਟਾ ਹੈ, ਜਿਹਦੀ ਹੋਂਦ ਸਾਨੂੰ ਅਹਿਸਾਸ ਹੀ ਨਹੀਂ ਕਰਾਉਂਦੀ, ਗੁਰੂ ਸਾਹਿਬ ਕਹਿੰਦੇ ਮੈਂ ਉਸ ਕਤਰੇ ਨੂੰ ਸਾਗਰ ਬਣਾ ਦੇਣਾ ਚਾਹੁੰਦਾ, ਲੀਨ ਕਰਕੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਨੂੰ ਸਾਡੀ ਜ਼ਿੰਦਗੀ ਦਾ ਮਨੋਰਥ ਦੱਸ ਰਹੇ, ਸਾਨੂੰ ਸਾਡੀ ਮੰਜ਼ਲ ਦੱਸ ਰਹੇ ਕਿ ਆਓ ਅਸੀਂ ਸਾਰੀ ਜ਼ਿੰਦਗੀ ਇੱਦਾਂ ਨਹੀਂ ਜਿਉਣਾ ਜੋ ਜੂ ਰਹੇ ਹਾਂ। ਅਸੀਂ ਆਤਮਿਕ ਤੌਰ ਦੇ ਉੱਤੇ ਗੁਰੂ ਕਿਰਪਾ ਦੇ ਪਾਤਰ ਬਣੀਏ, ਤੇ ਜਿਹੜੇ ਆਪਣੇ ਅੰਦਰ ਵਿਕਾਰ ਬੈਠੇ ਹੋਏ ਨੇ ਉਹਨਾਂ ਨੂੰ ਅੰਦਰੋਂ ਕੱਢ ਕੇ ਆਸਾ ਮਨਸਾ ਸਗਲ ਤਿਆਗੈ, ਕਾਮ ਕ੍ਰੋਧ ਜੇ ਪਰਸੈ ਨਾਹਿਨ, ਮਾਣ ਅਪਮਾਨ ਛੱਡ ਕੇ, ਉਸਤਤ ਨਿੰਦਾ ਛੱਡ ਕੇ, ਸਾਰਾ ਕੁਝ ਅੰਦਰੋਂ ਕੱਢ ਕੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਤੁਹਾਡੇ ਤੇ ਜਦੋਂ ਬਖਸ਼ਿਸ਼ ਹੋਏਗੀ
ਤੇ ਤੁਸੀਂ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ। ਹੁਣ ਲੀਨ ਕਿਵੇਂ ਹੋਣਾ ਸਾਧ ਸੰਗਤ, ਇਹਨੂੰ ਥੋੜੇ ਜਿਹਾ ਨੁਕਤੇ ਨੂੰ ਸਮਝ ਲਈਏ। ਕੋਈ ਵੀ ਸ਼ੈ ਕਦੋਂ ਲੀਨ ਹੁੰਦੀ ਹੈ, ਕਿਸੇ ਵੀ ਚੀਜ਼ ਵਿੱਚ ਉਦੋਂ ਮਿਕਸ ਹੁੰਦੀ ਹੈ। ਮਿੱਟੀ ਮਿੱਟੀ 'ਚ ਮਿਕਸ ਹੁੰਦੀ ਹੈ, ਦੁੱਧ ਦੁੱਧ ਵਿੱਚ ਮਿਲ ਜਾਂਦਾ ਹੈ। ਕੋਈ ਵੀ ਸ਼ੈ ਜਦੋਂ ਦੋਨਾਂ ਦੇ ਗੁਣ ਇੱਕ ਹੋਣ, ਸਰੋਂ ਦੇ ਤੇਲ 'ਚ ਪਾਣੀ ਨਹੀਂ ਮਿਕਸ ਕੀਤਾ ਜਾਂਦਾ, ਉਹ ਵੱਖਰੀ ਦਿਸਣ ਲੱਗ ਪੈਂਦਾ ਜੀ। ਪੈਟਰੋਲ ਨਹੀਂ ਮਿਕਸ ਕੀਤਾ ਜਾਂਦਾ, ਉਹ ਵੱਖਰੇ ਦਿਸਣ ਲੱਗ ਪੈਂਦਾ। ਆਸਾਨ ਤਰੀਕੇ ਦੇ ਨਾਲ ਇੱਕ ਮਿਕ ਹੋਣਾ, ਬਿਲਕੁਲ ਅਲੋਪ ਹੋ ਜਾਣਾ, ਛੁਪ ਜਾਣਾ, ਗਵਾਚ ਜਾਣਾ ਵਿੱਚ, ਜਦੋਂ ਗੁਣ ਇੱਕ ਮਿਕ ਹੋਣਗੇ। ਮੈਂ ਬੜੀ ਵਾਰੀ ਬੇਨਤੀ ਕਰਦਾ ਹੁੰਦਾ ਵੀ ਸਦੀਆਂ ਤੋਂ ਸਮੁੰਦਰ ਵਿੱਚ, ਨਦੀਆਂ ਵਿੱਚ ਪੱਥਰ ਪਏ ਹੋਏ ਆ, ਵਿੱਚ ਪੈ ਕੇ ਵੀ ਇੱਕ ਮਿਕ ਨਹੀਂ ਹੋਏ। ਇੰਨੀ ਨੇੜੇ ਕਿ ਵਿੱਚ ਡੁੱਬੇ ਹੋਏ ਆ ਜੀ। ਇਨ ਬਿਨ ਉਦਾਂ ਹੀ ਸਾਨੂੰ ਸਿੱਖਿਆ ਦਿੱਤੀ ਹੈ ਵੀ ਇੰਨੀ ਨੇੜੇ ਕਿ ਗੁਰੂ ਦੀ ਹਜ਼ੂਰੀ 'ਚ ਭਾਵੇਂ ਸਦੀਆਂ ਗੁਜ਼ਰ ਜਾਣ, ਜਿੰਨੀ ਦੇਰ ਗੁਣ ਨਹੀਂ ਮਿਲਦੇ ਇੱਕ ਮਿਕ ਨਹੀਂ ਹੁੰਦੇ। ਪੱਥਰ ਪਾਣੀ 'ਚ ਪਿਆ, ਲੀਨ ਨਹੀਂ ਹੋਇਆ। ਜਦੋਂ ਵੀ ਕੱਢੋਗੇ ਉਹ ਦਿਸ ਰਿਹਾ ਜੀ, ਪੱਥਰ ਦੀ ਹਸਤੀ ਵੱਖਰੀ ਹੈ, ਪਾਣੀ ਦੀ ਵੱਖਰੀ ਹੈ। ਪਰ ਜੇ ਤੁਸੀਂ ਪਾਣੀ 'ਚ ਪਾਣੀ ਪਾਓਗੇ, ਜਿਉਂ ਪਾਣੀ ਸੰਗ ਪਾਣੀ, ਫਿਰ ਉਹ ਲੀਨ ਹੋ ਜਾਏਗਾ। ਨਾਨਕ ਲੀਨ ਭਇਓ ਗੋਬਿੰਦ ਸਿਓ। ਵਾਹਿਗੁਰੂ ਵਿੱਚ ਕਿੱਦਾਂ ਲੀਨ ਹੋਣਾ? ਜਿਵੇਂ ਪਾਣੀ ਵਿੱਚ ਪਾਣੀ ਲੀਨ ਹੋਇਆ। ਇੱਕ ਪਾਣੀ ਤੁਹਾਡੇ ਨਲਕੇ ਦਾ ਹੈ, ਤੁਹਾਡੀ ਟੂਟੀ ਦਾ ਹੈ, ਉਹਨੂੰ ਸੁੱਟੋ ਨਹਿਰ ਵਿੱਚ ਜਾ ਕੇ, ਨਹਿਰ ਹੀ ਬਣ ਗਿਆ, ਨਦੀ ਬਣ ਗਿਆ। ਸਮੁੰਦਰ 'ਚ ਸੁੱਟੋ, ਸਮੁੰਦਰ ਹੀ ਬਣ ਗਿਆ। ਕਿਉਂਕਿ ਭਾਵੇਂ ਪਾਣੀ ਕਿਤੋਂ ਦਾ ਵੀ ਹੋਵੇ, ਗੁਣ ਉਹਦਾ ਇੱਕੋ ਹੀ ਹੈ। ਆਕਸੀਜਨ ਤੇ ਪਾਣੀ, ਹਾਈਡਰੋਜਨ ਮਿਲ ਕੇ ਦੋਨਾਂ ਦਾ ਗੁਣ ਇੱਕੋ ਹੀ ਹੈ। ਇਸੇ ਤਰ੍ਹਾਂ ਵੇਖੋ, ਸਾਡੇ ਸਾਹਮਣੇ ਮਿਸਾਲ ਹੈ ਗੁਰੂ ਸਾਹਿਬ ਜੀ ਦੇ ਘਰ ਵਿੱਚ ਰਹਿਣ ਵਾਲੇ, ਹੱਥਾਂ 'ਚ ਰਹਿਣ ਵਾਲੇ ਧੀਰਮਲ। ਉਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੀ ਦਰਸ਼ਨ ਕੀਤੇ ਹੋਣੇ ਆ ਧੀਰਮਲ ਨੇ, ਜੇ ਥੋੜ੍ਹੀਆਂ ਜਿਹੀ ਇਤਿਹਾਸਕ ਤਰੀਕਾਂ ਕੋਖੀਏ। ਗੁਰੂ ਹਰ ਰਾਏ ਮਹਾਰਾਜ ਦੇ ਕਰਨੇ ਸੀ, ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਕੀਤੇ, ਰਾਮ ਰਾਏ ਨੇ ਕੀਤੇ, ਪਿਓ ਦੇ ਕੀਤੇ, ਦਾਦੇ ਦੇ ਕੀਤੇ। ਧੀਰਮਲ ਤੇ ਅੱਗੇ ਤੱਕ ਵੇਖੋ ਚੱਲਦਾ ਹੈ। ਉਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਸ਼ਨ ਵੀ ਕਰਦਾ। ਇੰਨਾ ਨੇੜੇ, ਘਰ ਵਿੱਚ ਜਨਮਿਆ, ਵਿਹੜੇ ਵਿੱਚ ਖੇਡਿਆ ਪਲਿਆ, ਗੋਦੀ 'ਚ ਵੀ ਬੈਠਾ ਹੋਏਗਾ। ਮਤਲਬ ਸਮਝ ਲਓ ਕਿ ਪ੍ਰਵਾਹ ਦੇ ਵਿੱਚ ਡੁੱਬਿਆ ਹੋਇਆ, ਪਰ ਲੀਨ ਨਹੀਂ ਹੋ ਸਕਿਆ। ਕਰ ਕੀ ਰਿਹਾ ਕਿ ਸ਼ੀਹੇ ਮੇਰੇ ਕੋਲੋਂ ਪੈਸੇ ਲੈ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਗੋਲੀ ਮਾਰ ਕੇ ਖਤਮ ਕਰ ਦੇ। ਹੁਣ ਗੁਣ ਮਿਲਦੇ ਜੀ, ਪਹਿਰਾਵਾ ਪਾ ਲਿਆ ਹੋਏਗਾ ਕਿਉਂਕਿ ਗੱਦੀ ਲਾ ਕੇ ਬੈਠਾ ਸੀ, ਸਰੂਪ ਮਿਲਦਾ ਹੋਏਗਾ, ਪਹਿਰਾਵਾ ਮਿਲਦਾ ਹੋਏਗਾ, ਤੌਰ ਤਰੀਕਾ ਮਿਲਦਾ ਹੋਏਗਾ। ਘਰੇ ਹੀ ਰਿਹਾ, ਵਿਹੜੇ 'ਚ ਹੀ ਰਿਹਾ, ਆਂਗਨ 'ਚ ਹੀ ਪਲਿਆ, ਗੋਦੀ 'ਚ ਵੀ ਬੈਠਾ ਹੋਏਗਾ। ਲੀਨ ਤੇ ਤਾਂ ਹੁੰਦਾ ਜੇ ਗੁਣ ਮਿਲਦੇ ਹੁੰਦੇ। ਗੁਣ ਨਹੀਂ ਮਿਲੇ, ਧੀਰਮਲ ਲੀਨ ਨਹੀਂ ਹੋਇਆ, ਪਿਰਥੀ ਚੰਦ ਲੀਨ ਨਹੀਂ ਹੋਇਆ, ਰਾਮ ਰਾਏ ਲੀਨ ਨਹੀਂ ਹੋਇਆ। ਉਦੋਂ ਲੀਨ ਹੁੰਦਾ ਜਦੋਂ ਦੋਨਾਂ ਦੇ ਗੁਣ ਮਿਲਦੇ ਹੋਣ। ਪਾਣੀ ਵਿੱਚ ਪਾਣੀ ਲੀਨ ਹੁੰਦਾ, ਪਾਣੀ 'ਚ ਪੱਥਰ ਲੀਨ ਨਹੀਂ ਹੁੰਦਾ। ਪੱਥਰ ਕਠੋਰ ਹੈ, ਉਹਦੇ ਗੁਣ ਹੋਰ ਨੇ, ਪਾਣੀ ਦੇ ਗੁਣ ਹੋਰ ਨੇ। ਇਹਦਾ ਮਤਲਬ ਬੜੀ ਸਿੱਧੀ ਜੀ ਗੱਲ, ਸਪਸ਼ਟ ਜੀ ਮਤਲਬ ਸਾਨੂੰ ਗੁਣਾਂ ਨੇ ਲੀਨ ਕਰਨਾ। ਇਹ ਸਰੀਰ ਤੇ ਪੰਚ ਤੱਤ ਕੋ ਤਨ ਰਚਿਓ, ਜੋ ਗੁਰੂ ਤੇਗ ਬਹਾਦਰ ਮਹਾਰਾਜ ਸਮਝਾ ਰਹੇ ਆ। ਸਰੀਰ ਨੇ ਤੇ ਮਿੱਟੀ ਨੇ, ਮਿੱਟੀ ਵਿੱਚ ਬਾਬਾ ਕਬੀਰ ਸਾਹਿਬ ਕਹਿੰਦੇ, ਕਬੀਰ ਧੂਲ ਸਕੇਲ ਕੈ ਪੁਰੀਆ ਬੰਦੀ ਦੇ, ਦਿਵਸ ਚਾਰ ਕੋ ਪੇਖਣਾ ਅੰਤ। ਖੇ ਕੀ ਖੇ ਹੈ ਨਾ ਜੀ, ਖੇ ਨੇ ਨਹੀਂ ਮਿਲਣਾ। ਸਾਡੇ ਅੰਦਰ ਜੇ ਵਾਹਿਗੁਰੂ ਵਾਲੇ ਦੈਵੀ ਗੁਣ ਹੋਣਗੇ, ਉਹੀ ਦਿਆਲਤਾ ਹੋਵੇ, ਉਹੀ ਤਿਆਗ ਹੋਵੇ, ਉਹੀ ਪਿਆਰ ਹੋਵੇ, ਉਹੀ ਹਮਦਰਦੀ ਹੋਵੇ, ਕਰੁਣਾ ਹੋਵੇ। ਜਿਉਂ-ਜਿਉਂ ਉਹ ਗੁਣ ਆਉਣਗੇ ਅਸੀਂ ਮਿਲਾਂਗੇ। ਤੇ ਜੇ ਗੁਣਾਂ ਦੀ ਸਾਂਝ ਨਹੀਂ ਪਈ, ਗੁਣਾਂ ਨੂੰ ਸੁਣਿਆ ਨਹੀਂ, ਗੁਣਾਂ ਨੂੰ ਚਿਤਵਿਆ ਨਹੀਂ, ਗੁਣਾਂ ਦਾ ਮੰਥਨ ਨਹੀਂ ਕੀਤਾ, ਆਪਣੇ ਅੰਦਰ ਰਿੜਕਣਾ ਨਹੀਂ ਪਾਇਆ, ਤੇ ਗੁਰੂ ਤੇਗ ਬਹਾਦਰ ਮਹਾਰਾਜ ਪਹਿਲੇ ਦਿਨ ਹੀ ਕਹਿੰਦੇ ਜਨਮ ਅਕਾਰਥ
ਕੀਨ। ਕੱਖ ਨਹੀਂ ਖੱਟਿਆ ਤੂੰ, ਕੁਝ ਨਹੀਂ ਖੱਟਿਆ, ਵਿਅਰਥ ਗਿਆ ਤੇਰਾ ਜੀਵਨ। ਇੱਥੋਂ ਬਚਨ ਆਰੰਭ ਕੀਤੇ। ਵਾਹਿਗੁਰੂ ਇੱਕ ਹੈ, ਸਾਰੀ ਕਾਇਨਾਤ ਵਿੱਚ ਰਮਿਆ ਹੋਇਆ। ਸਤਿਗੁਰੂ ਜੀ ਦੀ ਬਖਸ਼ਿਸ਼ ਪਾਈਏ ਤੇ ਪ੍ਰਾਪਤ ਹੋਏਗਾ, ਤੇ ਬਖਸ਼ਿਸ਼ ਮਿਲ ਰਹੀ ਹੈ ਸ਼ਬਦ ਰੂਪ ਵਿੱਚ। ਸ਼ਲੋਕ 57 ਸ਼ਲੋਕ ਨੇ। ਹਜ਼ੂਰ ਨੌਵੇਂ ਪਾਤਸ਼ਾਹ ਜੀ ਦੀ ਬਖਸ਼ਿਸ਼ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰੇ ਆ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਹੁਣ ਸਾਰੀ ਗੱਲ ਨੂੰ ਸਮਝ ਲਈਏ। ਮਹਾਰਾਜ ਕਹਿੰਦੇ ਤੈਨੂੰ ਉਂਗਲੀ ਲਾ ਕੇ ਨਾ ਸ਼ਬਦ ਨੂੰ ਫੜ। ਸ਼ਬਦ ਸਾਡਾ ਸਰੂਪ ਹੈ, ਸ਼ਬਦ ਸਾਡਾ ਆਕਾਰ ਹੈ। ਦੁਨੀਆ 5 ਤੱਤਾਂ ਦੀ ਬਣੀ ਆ, ਗੁਰੂ ਸ਼ਬਦ ਦਾ ਬਣਿਆ। ਗੁਰ ਮੂਰਤ ਗੁਰ ਸ਼ਬਦ ਹੈ। 5 ਤੱਤਾਂ ਵਾਲਿਆਂ ਨੂੰ ਭੁੱਖ ਲੱਗ ਸਕਦੀ ਹੈ, 5 ਤੱਤਾਂ ਵਾਲਿਆਂ ਨੂੰ ਠੰਡ ਲੱਗ ਸਕਦੀ ਹੈ, 5 ਤੱਤਾਂ ਵਾਲਿਆਂ ਨੂੰ ਗਰਮੀ ਲੱਗ ਸਕਦੀ ਹੈ, ਪਰ ਗੁਰ ਮੂਰਤ, ਗੁਰੂ ਦੀ ਮੂਰਤ ਨੂੰ ਭੁੱਖ ਨਹੀਂ ਲੱਗਦੀ, ਗੁਰੂ ਦੀ ਮੂਰਤ ਨੂੰ ਠੰਡ ਨਹੀਂ ਲੱਗਦੀ, ਗੁਰੂ ਦੀ ਮੂਰਤ ਨੂੰ ਗਰਮੀ ਨਹੀਂ ਲੱਗਦੀ। ਤੇ ਉਹਦਾ ਸਰੂਪ ਵਜੂਦ ਹੈ ਸ਼ਬਦ। ਤੇ ਅਸੀਂ ਕੀ ਪਕੜਾਂਗੇ? ਜੇ ਉਂਗਲ ਫੜਨੀ ਹੈ ਜੀ ਗੁਰੂ ਦੀ, ਤੇ ਉਹਦਾ ਸਰੂਪ ਸ਼ਬਦ ਹੈ, ਸ਼ਬਦ ਨੂੰ ਫੜੀਏ। ਸ਼ਬਦ ਕਿੱਥੇ ਲੈ ਕੇ ਜਾਏਗਾ? ਲੀਨ ਭਇਓ। ਤੇ ਲੀਨ ਕਿੱਦਾਂ ਹੋਵਾਂਗੇ? ਗੁਣ ਕਰਕੇ, ਮਿੱਟੀ ਕਰਕੇ ਨਹੀਂ, ਇਹ ਮਿੱਟੀ 'ਚ ਮਿਲ ਜਾਏਗੀ। ਜੋਤ ਕਰਕੇ, ਰਾਮ ਕੀ ਅੰਸ਼ ਰਾਮ ਵਿੱਚ ਸਮਾਏਗੀ। ਉਹ ਨਹੀਂ ਇਕੱਠੇ ਕੀਤੇ। ਗੁਣ ਗੋਬਿੰਦ ਗਾਇਓ ਨਹੀਂ, ਬਾਕੀ ਸਭ ਕੁਝ ਇਕੱਠਾ ਕੀਤਾ। ਇੱਕ ਇੱਕ ਬਚਨ ਸਾਡੀ ਬਿਰਤੀ ਦੇ ਅਨੁਸਾਰ ਮਹਾਰਾਜ ਨੇ ਕਹੇ ਹੈ। ਜਿਸ ਦਿਨ ਮਾਇਆਕਾਰ ਨੇ ਪ੍ਰਾਣੀ ਡੋਲਤ ਨੀਤ, ਬਾਕੀ ਸਭ ਕੁਝ ਇਕੱਠਾ ਕੀਤਾ। ਮੁਕਤ ਪੰਥ ਜਾਣਿਓ ਤੈ ਨਾਹਿਨ, ਧਨ ਜੋਰਨ ਕੋ ਧਾਇਆ, ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ, ਜਨਮ ਆਕਾਰਥ ਕੀਨ। ਬਾਕੀ ਸਭ ਕੁਝ ਇਕੱਠਾ ਕੀਤਾ। ਇਕੱਠਾ ਨਹੀਂ ਕੀਤਾ, ਤੇਰੇ ਵਰਗੇ ਗੁਣ ਇਕੱਠੇ ਨਹੀਂ ਕੀਤੇ, ਜਿਨ੍ਹਾਂ ਨਾਲ ਲੀਨ ਭਇਓ ਗੋਬਿੰਦ ਸਿਉ ਹੋਣਾ ਸੀ। ਤੇ ਜਨਮ ਆਕਾਰਥ ਕੀਨ। ਇੱਥੇ ਫੈਸਲਾ ਹੋ ਗਿਆ। ਕਿਸੇ ਉੱਪਰਲੀ ਦਰਗਾਹ ਦੀ ਉਡੀਕ ਨਾ ਕਰੀ। ਆਹ ਦਰਗਾਹ ਲੱਗੀ ਹੋਈ ਹੈ ਸਤਿਗੁਰੂ ਜੀ ਦੀ, ਜਿੱਥੇ ਤੁਸੀਂ ਬੈਠੇ ਹੋ। ਤੇ ਸੱਚੇ ਪਾਤਸ਼ਾਹ ਜੀ ਨੇ ਸਾਡੇ ਭਵਿੱਖ ਦਾ ਫੈਸਲਾ ਇੱਥੇ ਹੀ ਕਰ ਦਿੱਤਾ। ਤੇ ਉਹ ਵੀ ਸਾਨੂੰ ਖੁੱਲ੍ਹ ਦੇ ਕੇ ਜੀ ਆ ਕਹਿੰਦੇ ਆਪਣੇ ਅੰਦਰ ਆਪ ਝਾਤ ਮਾਰ ਕੇ ਵੇਖ ਲੈ। ਗੁਣਾ ਕਰਕੇ ਰੱਬ ਬਣਨਾ ਸੀ, ਉਹ ਤੇਰੇ ਕੋਲ ਹੈ ਨਹੀਂ, ਕਾਟਾ ਵੱਜ ਗਿਆ। ਤੇਰੇ 50 ਸਾਲ 60 ਸਾਲ 70 ਸਾਲ ਐਵੇਂ ਹੀ ਗਏ ਹਨ, ਭੰਗ ਦੇ ਪਹਾੜੇ ਖੇ ਵਿੱਚ ਮਿਲ ਗਏ ਹਨ। ਗੁਰਮੁਖ ਪਿਆਰਿਓ, ਸਾਰਾ ਦਿਨ ਮਜ਼ਦੂਰੀ ਕਰੀਏ, ਨੌਕਰੀ ਪੇਸ਼ਾ ਕਰੀਏ ਸਾਰਾ ਦਿਨ, ਤੇ ਸ਼ਾਮ ਨੂੰ ਸਾਨੂੰ ਕੋਈ ਕਹਿ ਦੇ ਵੀ ਤੇਰੀ ਹਾਜ਼ਰੀ ਨਹੀਂ ਲੱਗੀ, ਤੈਨੂੰ ਇਹਦੀ ਦਿਹਾੜੀ ਨਹੀਂ ਮਿਲਣੀ, ਬੰਦੇ ਦਾ ਲੱਕ ਟੁੱਟ ਜਾਂਦਾ ਹੈ। ਕੋਈ ਕਿਸਾਨ ਹੈ 6 ਮਹੀਨੇ ਮਿਹਨਤ ਕਰੇ ਤੇ ਫਿਰ ਕਹੇ ਵੀ ਦਾਣਾ ਇੱਕ ਨਹੀਂ ਮਿਲਣਾ। ਇਦਾਂ ਹੀ ਸਾਡੀ ਜ਼ਿੰਦਗੀ ਸਾਧ ਸੰਗਤ ਜੀ। ਇਸ ਬੀਜ ਨੂੰ ਗੁਣਾਂ ਦਾ ਫਲ ਲੱਗਣਾ ਸੀ, ਉਹ ਫਲ ਲੱਗਿਆ ਨਹੀਂ। ਤੇ ਤੇਰੀ 50 ਸਾਲ 80 ਸਾਲ 100 ਸਾਲ ਜਿੰਨਾ ਵੀ ਮਿਲਿਆ, ਜੋ ਤੂੰ ਝਖਾਂ ਮਾਰੀਆਂ, ਵਿਅਰਥ ਨੇ। ਜੇ ਇਦਾਂ ਸੁਣਨ ਨੂੰ ਮਿਲ ਗਿਆ ਸੱਚੀ ਮੁੱਚੀ, ਜੇ ਆਪਣੇ ਅੰਦਰ ਇਦਾਂ ਹੀ ਜੇ ਗੁਣਾਂ ਤੋਂ ਸੱਖਣੀ ਬਿਲਕੁਲ ਇੱਕ ਵੀ ਨਹੀਂ ਆਇਆ, ਕੀ ਬੀਤੇਗੀ ਕੀ ਸਾਡੇ ਨਾਲ? ਕੀ ਅਸੀਂ ਸਿਰਫ ਇਹ ਦੱਸਾਂਗੇ ਵੀ ਵੇਖੋ ਅਸੀਂ ਇੱਟਾਂ ਕਿੰਨੀਆਂ ਲਾ ਲਈਆਂ, ਬਿਲਡਿੰਗ ਕਿੱਡੀ ਬਣ ਗਈ? ਉਹ ਕਹਿੰਦੇ ਗੁਣ ਨਹੀਂ ਹੈ। ਬੇਈਮਾਨੀ ਛੱਡ ਦਿੱਤੀ, ਧੋਖਾ ਛੱਡ ਦਿੱਤਾ, ਤਿਆਗ ਆਇਆ, ਹਮਦਰਦੀ ਆਈ, ਪਿਆਰ ਆਇਆ, ਸਨੇਹ ਆਇਆ? ਨਹੀਂ, ਉਹ ਨਹੀਂ ਆਇਆ, ਵਿਅਰਥ ਗਿਆ। ਇੱਕ ਬਚਨ ਆ ਇੱਕੋ ਹੀ, ਚਲੋ ਪਹਿਲਾਂ ਹੀ ਆਪਾਂ ਇੰਨਾ ਕੀ ਸਮਝ ਲਈਏ, ਚਰਨਾਹਟ ਛਿੜ ਜਾਏਗੀ ਅੰਦਰ, ਕਾਂਬਾ ਛਿੜ ਜਾਏਗਾ ਅੰਦਰ ਕਿ ਮੈਂ ਖੱਟਿਆ ਕੀ ਹੁਣ ਤੱਕ, ਮੇਰੇ ਪੱਲੇ ਕੀ ਆ ਹੁਣ ਤੱਕ? ਕੀ ਇਹ ਇੱਟਾਂ ਦੀ ਬਿਲਡਿੰਗ ਦਿਖਾਵਾਂਗਾ? ਉਹ ਕਹਿੰਦੇ ਏਦਾਂ ਹੀ ਗਿਆ। ਹੁਣ ਆ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਨੂੰ ਸ਼ਿੰਗਾਰਨ ਦਾ ਤਰੀਕਾ। ਅਸੀਂ ਸੋਹਣੇ ਕਿਵੇਂ ਬਣਾਂਗੇ ਜੀ? ਮਹਾਰਾਜ ਕਹਿੰਦੇ ਤੁਸੀਂ ਅਤ ਸੋਹਣੇ ਹੋਵੋ, ਸੁੰਦਰ ਹੋਵੋ, ਪਿਆਰੇ ਲੱਗੋ, ਤੁਸੀਂ ਲੋਕ ਤੇ ਪਰਲੋਕ 'ਚ ਸੋਭਾ। ਉਹ ਕਹਿੰਦੇ ਏਦਾਂ ਹੀ ਗਿਆ।
ਹੁਣ ਆ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਨੂੰ ਸ਼ਿੰਗਾਰਨ ਦਾ ਤਰੀਕਾ। ਅਸੀਂ ਸੋਹਣੇ ਕਿਵੇਂ ਬਣਾਂਗੇ ਜੀ? ਮਹਾਰਾਜ ਕਹਿੰਦੇ ਤੁਸੀਂ ਅਤ ਸੋਹਣੇ ਹੋਵੋ, ਸੁੰਦਰ ਹੋਵੋ, ਪਿਆਰੇ ਲੱਗੋ, ਤੁਸੀਂ ਲੋਕ ਤੇ ਪਰਲੋਕ 'ਚ ਸ਼ੋਭਾ ਪਾਓ, ਗੁਣ ਨਹੀਂ ਪੱਲੇ ਗਿਆ ਜੀ, ਕੱਖ ਵੀ ਨਹੀਂ ਮਿਲਿਆ ਤੁਹਾਨੂੰ। ਜਨਮ ਅਕਾਰਥ ਕੀਨ। ਤੇ ਜਦੋਂ ਇਹ ਰੂਹ ਕੰਬੀ ਤੇ ਮਹਾਰਾਜ ਨੇ ਸਿਰ ਤੇ ਹੱਥ ਰੱਖ ਕੇ ਕਿਹਾ, ਕਹਿੰਦੇ ਅਜੇ ਵੀ ਵਕਤ ਹੈ, ਕਹੋ ਨਾਨਕ ਹਰ ਭਜ ਮਨਾ। ਕਹਿੰਦੇ ਅਜੇ ਵੀ ਵਕਤ ਹੈ, ਭਜੋ ਗੋਬਿੰਦ ਭੂਲ ਮਤ ਜਾਓ, ਹਰ ਭਜ ਮਨਾ। ਮੈਂ ਕਹਿੰਦਾ ਜੀ ਸਵੇਰੇ ਉੱਠਦਾ ਜਦੋਂ ਮੰਜੇ ਤੋਂ, ਫਿਰ ਕਹਿੰਦਾ ਵਾਹਿਗੁਰੂ, ਵੱਡੀ ਜੀ ਵਾਸੀ ਲੈ ਕੇ ਕਹਿੰਦਾ ਵਾਹਿਗੁਰੂ, ਪਿੰਡੇ ਤੇ ਪਾਣੀ ਪਾਉਂਦਾ, ਫਿਰ ਮੈਂ ਕਹਿ ਦਿੰਦਾ 2-3 ਵਾਰੀ ਵਾਹਿਗੁਰੂ। ਗੁਰੂ ਸਾਹਿਬ ਕਹਿੰਦੇ ਨਹੀਂ, ਇੱਦਾਂ ਨਹੀਂ, ਤੇਰੇ ਅੰਦਰ ਤੜਪ ਇੱਦਾਂ ਦੀ ਹੋਵੇ, ਤੇਰੀ ਜ਼ਿੰਦਗੀ ਵਾਹਿਗੁਰੂ ਦੇ ਆਸਰੇ, ਯਾਦ ਦੇ ਆਸਰੇ ਹੋਵੇ, ਜਿਵੇਂ ਮੱਛੀ ਪਾਣੀ ਦੇ ਆਸਰੇ ਆ, ਇੱਦਾਂ ਭਜ। ਆਲਸ ਦੇ ਮਾਰੇ ਨੇ ਵਾਸੀ ਲਈ, ਅੰਦਰੋਂ ਵਾਹਿਗੁਰੂ ਕਹਿ ਦਿੱਤਾ, ਛਿੱਕ ਮਾਰੀ ਵਾਹਿਗੁਰੂ। ਇਹਨੂੰ ਸਿਮਰਨ ਕਹਿੰਦੇ ਆ। ਜਿੱਦਣ ਜ਼ਿੰਦਗੀ ਤੜਪ ਉੱਠੇਗੀ, ਆਖਾਂ ਜੀਵਾਂ, ਉਦਣ ਮਹਾਰਾਜ ਕਹਿੰਦੇ ਬਸ ਸ਼ੁਰੂ ਹੋਣਾ ਸਿਮਰਨ। ਵਿਸਰੈ ਮਰ ਜਾਓ, ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਮੀਨ ਦਾ ਅਰਥ ਹੈ ਮੱਛੀ। ਜਿਵੇਂ ਮੱਛੀ ਪਾਣੀ ਵਾਸਤੇ ਤੜਪਦੀ ਹੈ, ਏਦਾਂ ਕਿਹਦੀ ਤੜਪ ਪੈਦਾ ਹੋਈ ਵੀ ਹਾਏ ਵਾਹਿਗੁਰੂ ਜੀ, ਤੇਰੀ ਯਾਦ ਤੋਂ ਬਿਨਾਂ ਨਹੀਂ ਜੀਵਿਆ ਜਾਂਦਾ। ਏਦਾਂ ਦੀ ਤੜਪ। ਹੁਣ ਮੱਛੀ ਕਹਿੰਦੇ, ਮਹਾਰਾਜ ਨੇ ਬਾਣੀ 'ਚ ਕਿਹਾ, ਮੀਨ ਪਕੜ, ਉਹਨੂੰ ਫੜਿਆ, ਵੱਢਿਆ, ਪਤੀਲੇ 'ਚ ਪਾਇਆ, ਰਿੰਨਿਆ, ਪੱਕ ਗਈ, ਖਾਣ ਵਾਲੇ ਨੇ ਚਿੱਥ ਕੇ ਉਹਨੂੰ ਕੁਤਰ ਕੇ ਛੋਟੀ ਛੋਟੀ ਕਰਕੇ ਖਾ ਲਈ, ਢਿੱਡ 'ਚ ਚਲੀ ਗਈ। ਤੇ ਜਿਹਨੇ ਮੱਛੀ ਖਾਧੀ, ਫਿਰ ਕਹਿੰਦਾ ਪਿਆਸ ਲੱਗ ਰਹੀ ਹੈ, ਪਾਣੀ ਮੰਗ ਰਹੀ ਹੈ। ਮੀਨ ਪਕੜ ਕਾਟਿਆਰ ਫਾਂਦਿਓ, ਰਾਂਦ ਕੀਓ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀਨੋ, ਤੋ ਨਾ ਬਿਸਰਿਓ ਪਾਣੀ। ਐਸੇ ਹਰਸਿਓ ਪ੍ਰੀਤ ਕਰ, ਜੈਸੇ ਮਛਲੀ ਦੀ। ਹਰ ਭਜ ਮਨਾ। ਸੁਣਿਆ ਜੀ ਮਨ ਨੇ, ਐ ਨਹੀਂ ਇਹਦੇ ਨਾਲ ਹੀ ਕਰਜ਼ਾ ਉਤਰ ਜਾਂਦਾ ਵੀ ਤੂੰ ਭਾਈ ਮੰਜੇ ਤੋਂ ਉੱਠਿਆ, ਜੁੱਤੀ ਪਾਈ, ਵਾਹਿਗੁਰੂ ਵਾਹਿਗੁਰੂ। ਨਹੀਂ, ਇੱਦਾਂ ਦਾ ਕਸ਼ਿਸ਼ ਪੈਦਾ ਹੋਵੇ, ਜਿਵੇਂ ਸਾਹਾਂ ਤੋਂ ਬਿਨਾਂ ਨਹੀਂ ਜੀਵਿਆ ਜਾਂਦਾ ਨਾ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਜੀ ਸਕਦੀ, ਇੱਦਾਂ ਨਾਮ ਬਿਨਾਂ ਨਹੀਂ ਜੀਵਿਆ ਜਾਏ। ਜਿਹ ਬਿਦ ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ, ਜਿਸ ਤਰੀਕੇ ਨਾਲ ਜਲ ਕੋ ਮੀਨ, ਜਿਵੇਂ ਜਲ ਵਾਸਤੇ ਮੱਛੀ ਤੜਪਦੀ ਹੈ, ਇੱਦਾਂ ਦਾ ਤੇਰੇ ਅੰਦਰ ਪ੍ਰੇਮ ਹੋਵੇ, ਤੜਪ ਹੋਵੇ ਵੀ ਨਾ, ਮੈਂ ਨਹੀਂ ਜੀ ਸਕਦਾ। ਤੇਰਾ ਅਕਾਰਥ ਕੀਤਾ ਹੋਇਆ ਸਕਾਰਥ ਹੋ ਜਾਏਗਾ। ਅਜੇ ਵੀ ਕੁਛ ਨਹੀਂ ਵਿਗੜਿਆ। ਅਗਲਾ ਸ਼ਲੋਕ, ਬਿਖਿਅਨ ਸਿਉ ਕਾਹੇ ਰਚਿਓ। ਚਲਦੇ ਸਵਾਲਾਂ ਦੇ ਜਵਾਬ ਮਨਾ। ਸਤਿਗੁਰੂ ਜੀ ਦੀ 4ਥੀ ਸ਼ਤਾਬਦੀ ਹੈ, ਜਸ਼ਨ ਬੜੇ ਮਨਾਉਣੇ ਆ, ਲੰਗਰ ਬੜੇ ਲਾਉਣੇ ਆ, ਰੌਣਕਾਂ ਬੜੀਆਂ ਹੋਣੀਆਂ ਨੇ, ਇਕੱਠ ਬੜੇ ਹੋਣੇ ਨੇ, ਤੰਬੂ ਸ਼ਾਮਿਆਨੇ ਬੜੇ ਲੱਗਣੇ ਨੇ, ਪਰ ਗੁਰੂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਜਵਾਬ ਦੇ। ਸਤਿਗੁਰੂ ਜੀ ਕਹਿੰਦੇ ਵੀ ਤੈਨੂੰ ਅੰਮ੍ਰਿਤ ਦਾ ਵਪਾਰੀ ਬਣਾਇਆ ਤੇ ਤੂੰ ਜ਼ਹਿਰ ਵਿੱਚ ਕਿਉਂ ਲੱਗਿਆ ਹੋਇਆ? ਕਿੱਧਰ ਤੁਰਿਆ ਜਾ ਰਿਹਾ ਤੂੰ? ਇਹਦੀ ਰੁਚੀ ਸਾਰੀ ਕਿਸ ਪਾਸੇ ਹੈ ਜੀ? ਮਹਾਰਾਜ, ਇਹ ਬਿਰਤੀ ਨੂੰ ਕੀ ਕਰਾਂ? ਅੰਮ੍ਰਿਤ ਛਾੜ ਕੀ ਕਰ ਰਹੀ ਹੈ ਮੇਰੀ ਬਿਰਤੀ? ਚੰਗਿਆਈ, ਪਵਿੱਤਰ ਕਮਾਈ, ਨੇਕ ਗੁਣ, ਚੰਗਾ ਸੁਭਾਅ, ਇਹ ਸਾਰਾ ਕੁਝ ਨਾਲੋਂ ਨਾਤਾ ਤੋੜ ਕੇ ਕੁਸੰਗਤ, ਪਾਪ ਦੀ ਕਮਾਈ, ਬੁਰੀ ਸੋਚ, ਕੀ ਕਰਾਂ ਮਹਾਰਾਜ? ਇਹ ਕਿੱਧਰ ਨੂੰ ਜਾ ਰਿਹਾ? ਅੰਮ੍ਰਿਤ ਛਾੜ ਬਿਖੈ ਬਿਖ ਖਾਹੀ।
ਤੇ ਸਤਿਗੁਰੂ ਜੀ ਸਾਡੀਆਂ ਅੱਖਾਂ 'ਚ ਕਹਿੰਦੇ ਮੂੰਹ ਚੁੱਕ ਕੇ ਜਵਾਬ ਦੇ, ਬਿਖਿਅਨ ਸਿਉ ਕਾਹੇ ਰਚਿਓ। ਬਿਖ ਹੈ ਮੌਤ ਦਾ ਸਮਾਨ, ਜ਼ਹਿਰ, ਬਿਖ ਦਾ ਮਤਲਬ, ਤੇ ਜ਼ਹਿਰ ਦੇ ਮੁਕਾਬਲੇ ਬਿਖ ਮਾਰ ਦਿੰਦਾ, ਅੰਮ੍ਰਿਤ ਜਵਾ ਦਿੰਦਾ। ਤੇ ਸਾਡੀ ਜ਼ਿੰਦਗੀ ਦੇ ਵਿੱਚ ਅੰਮ੍ਰਿਤ ਕਿਸ ਕਿਸ ਚੀਜ਼ ਨਾਲ ਜੋੜਿਆ ਜੀ? ਅੰਮ੍ਰਿਤ ਨਾਮ, ਅੰਮ੍ਰਿਤ ਵੇਲਾ, ਅੰਮ੍ਰਿਤ ਦੀ ਦਾਤ। ਹੁਣ ਸ਼ੁਰੂਆਤ ਸਾਡੀ ਹੋਣੀ ਸੀ ਅੰਮ੍ਰਿਤ ਵੇਲੇ ਤੋਂ। ਇਹਦਾ ਮਤਲਬ ਅੰਮ੍ਰਿਤ ਵੇਲਾ ਛੁੱਟਿਆ ਤੇ ਜਿਹੜੇ ਉਹਦੇ ਕੰਪੈਰੀਟਿਵ ਕੀ ਹੈ? ਜਿਹੜਾ ਦਲਿੱਦਰ ਹੈ, ਆਲਸ ਹੈ, ਉਹ ਬਿਖ। ਤੇ ਮਨ ਕੀ ਕਹਿੰਦਾ ਵੀ ਅੰਮ੍ਰਿਤ ਵਾਲੇ ਪਾਸੇ, ਅੰਮ੍ਰਿਤ ਵੇਲੇ ਵਾਲੇ ਪਾਸੇ ਜਾਣਾ ਕਿ ਜਾਂ ਦਲਿੱਦਰ ਦੀ ਨੀਂਦ ਵਾਲੇ ਪਾਸੇ ਜਾਣਾ? ਮਨ ਕਹਿੰਦਾ ਸੌਂ ਜਾ, ਬਹਾਨਾ ਬਣਾ। ਔਰ ਯਕੀਨ ਕਰਿਓ, ਤੁਸੀਂ ਧੰਨ ਹੋ ਗੁਰਮੁਖੋ, ਮੈਂ ਤੁਹਾਨੂੰ ਨਮਸਕਾਰ ਕਰਦਾ ਵੀ ਤੁਸੀਂ ਪ੍ਰੇਮ ਦੇ ਬੱਧੇ ਆਉਂਦੇ ਹੋ। ਮੈਂ ਨੌਕਰੀ ਕਰਕੇ ਇੱਥੇ ਬੈਠਦਾ, ਜੇ ਨੌਕਰੀ ਨਾ ਹੋਵੇ ਤਾਂ ਸ਼ਾਇਦ ਇਹ ਮਨ ਕਹੇ ਕੋਈ ਗੱਲ ਨਹੀਂ, ਅੱਜ ਸੌਂ ਜਾ, ਅੱਜ ਬੜੀ ਲੇਟ ਆਇਆ। ਅੰਦਰ ਚਾਅ ਕਿਉਂ ਨਹੀਂ ਪੈਦਾ ਹੁੰਦਾ? ਅੰਮ੍ਰਿਤ ਵੇਲਾ, ਅੰਮ੍ਰਿਤ ਨਾਮ, ਅੰਮ੍ਰਿਤ ਛਕਣਾ, ਹਰ ਪਾਸੇ ਨਾਲ ਅੰਮ੍ਰਿਤ। ਇੱਕ ਗੁਰੂ ਦੇ ਇੱਕ ਇੱਕ ਬਚਨ 'ਚ ਅੰਮ੍ਰਿਤ ਹੈ। ਗੁਰੂ ਦੇ ਉਪਦੇਸ਼ ਨੂੰ ਕਮਾਵਾਂਗੇ, ਉਹਦੀ ਉਸ ਤੱਕਣੀ 'ਚ ਅੰਮ੍ਰਿਤ ਹੈ, ਉਹਨਾਂ ਬੋਲਾਂ 'ਚ ਅੰਮ੍ਰਿਤ ਹੈ, ਉਹ ਸਰਵਣਾ 'ਚ ਅੰਮ੍ਰਿਤ ਘੁਲ ਜਾਏਗਾ। ਕਿਉਂਕਿ ਗੁਰੂ ਅੰਮ੍ਰਿਤ ਰੂਪ ਹੈ ਨਾ ਜੀ। ਤੇ ਜਿਉਂ-ਜਿਉਂ ਗੁਰੂ ਦਾ ਉਪਦੇਸ਼, ਸਵੇਰੇ ਜਾਗਣ ਤੋਂ ਲੈ ਕੇ ਰਾਤ ਸੌਣ ਤੱਕ, ਜੇ ਗੁਰੂ ਦੇ ਆਸ਼ੇ 'ਚ ਸੌਵਾਂਗੇ, ਸਾਡਾ ਜਾਗਣਾ ਵੀ ਅੰਮ੍ਰਿਤ, ਸਾਡਾ ਸੌਣਾ ਵੀ ਅੰਮ੍ਰਿਤ। ਬਿਖਿਅਨ ਸਿਉ ਕਾਹੇ ਰਚਿਓ, ਚੱਲ ਦੇ ਜਵਾਬ। ਤੇ ਫਿਰ ਇੰਨੀ ਰੁਚੀ ਨਾਲ ਇੱਧਰ ਤੇ ਤੈਨੂੰ ਕੋਈ ਦਲਿੱਦਰ ਨਹੀਂ ਆਉਂਦਾ ਜੀ। 5 ਮਿੰਟ ਇਦਾਂ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕਰੇ ਵਾਸੀਆਂ। ਸੋਲੇ ਦਾ ਪਾਠ ਪੂਰਾ ਨਹੀਂ ਹੁੰਦਾ, ਮੇਰੀ ਤੇ ਇਹੀ ਹਾਲਤ ਹੈ ਸਾਧ ਸੰਗਤ। ਸੋਲੇ ਦਾ ਪਾਠ ਪੂਰਾ ਨਹੀਂ ਹੁੰਦਾ, ਲੰਮੀਆਂ ਲੰਮੀਆਂ ਵਾਸੀਆਂ ਆਉਣ ਲੱਗ ਪੈਂਦੀਆਂ। ਉਧਰ ਉਦਾਸੀ ਨਹੀਂ ਹੁੰਦੀ, ਸਾਰਾ ਦਿਨ ਟੀਵੀ ਵੇਖੋ, ਸਾਰਾ ਦਿਨ ਆਹ ਦੁਨੀਆ ਦੀਆਂ ਖਬਰਾਂ ਸੁਣੀ ਜਾਓ। ਆਪਣੇ ਆਪ ਨੂੰ ਪੜ੍ਹਨ ਦਾ ਵੇਲਾ ਹੈ। ਆ ਜਿਹੜੇ ਸ਼ਲੋਕ ਵਾਹਿਗੁਰੂ ਚਲੋ ਸਾਡੇ ਸਿਰ ਤੇ ਹੱਥ ਰੱਖਣ, ਆਪਣੇ ਆਪ ਨੂੰ ਪੜ੍ਹੀਏ, ਗੱਲਾਂ ਦੇ ਜਵਾਬ ਦੇ, ਗੁਰੂ ਨਾਲ ਗੱਲਾਂ ਕਰੀਏ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗੱਲਾਂ ਕਰ ਰਹੇ ਸਾਡੇ ਨਾਲ। ਹੁਣ ਇਹ ਗੱਲਾਂ ਮੈਂ ਮਨ ਨੂੰ ਪੁੱਛਣੀਆਂ। ਗੁਆਚ ਜਾਈਏ ਅਸੀਂ ਵੀ ਅਸੀਂ ਕਿੰਨੇ ਕਾ ਨਹੀਂ, ਮੈਂ ਤੇ ਗੁਰੂ ਹਾਂ। ਤੇ ਇਹ ਮਨ ਗੁਰੂ ਨੂੰ ਜਵਾਬ ਦੇ ਹੈ, ਬਿਖਿਅਨ ਸਿਉ ਕਾਹੇ ਰਚਿਓ। ਜਿਵੇਂ ਮਾਂ ਪੁੱਤ ਦੀ ਗਲਤੀ ਦਾ ਅਹਿਸਾਸ ਵੀ ਕਰਵਾਉਂਦੀ ਹੈ, ਤੇ ਨਾਲ ਸਿਰ ਤੇ ਭਾਵੇਂ ਹੱਥ ਰੱਖ ਕੇ ਪਲੋਸ ਕੇ ਕਹੇ, ਲਿਬੜ ਕੇ ਕਿਉਂ ਆਇਆ? ਹੁਣ ਇਹਦਾ ਮਤਲਬ ਵੀ ਮਾਂ ਨੂੰ ਚੰਗਾ ਨਹੀਂ ਲੱਗਿਆ ਤੇਰਾ ਲਿਬੜਨਾ, ਪਿਆਰ ਤੈਨੂੰ ਕਰਦੀ ਹੈ, ਪਰ ਉਹ ਕਹਿ ਰਹੀ ਹੈ ਵੀ ਤੂੰ ਗਲਤ ਕਰਕੇ ਆਇਆ। ਤੇ ਬੱਚਾ ਉਸ ਪਿਆਰ ਦਾ ਕਾਇਲ ਹੋ ਕੇ ਕੀ ਕਹੇਗਾ? ਮਾਂ ਅੱਗੇ ਤੋਂ ਨਹੀਂ ਲਿਬੜਦਾ। ਏਦਾਂ ਗੁਰੂ ਸਾਹਿਬ ਨਾਲ ਕਰਨਾ ਗੱਲਾਂ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰਨਾ। ਹੁਣ ਇਹ ਬਿਖ ਵੇਖਣ ਲੱਗ ਪਈਆਂ। ਗੁਰੂ ਸਾਹਿਬ ਕਹਿੰਦੇ ਕਿਉਂ ਰਚਿਆ ਹੋਇਆ ਬਿਖਿਅਨ ਸਿਓ? ਤੇਰੇ ਕੰਨ ਬਿਖ ਖਾ ਰਹੇ ਨੇ, ਤੇਰੀਆਂ ਅੱਖਾਂ ਬਿਖ ਖਾ ਰਹੀਆਂ ਨੇ, ਤੇਰੀ ਜੀਭ ਬਿਖ ਖਾ ਰਹੀ ਹੈ। ਤੇ ਫਿਰ ਵੱਡੀ ਗੱਲ ਵੀ ਇੱਧਰ ਆਲਸ ਨਹੀਂ ਆਉਂਦਾ, ਚੰਗਿਆਈ ਆਲਸ ਕਰੈ। ਅੰਮ੍ਰਿਤ ਵੇਲਾ ਸੰਭਾਲਣ ਲੱਗਿਆਂ ਆਲਸ ਆਏਗਾ, ਕੀਰਤਨ ਸੁਣਨ ਲੱਗਿਆਂ, ਕਥਾ ਸੁਣਨ ਲੱਗਿਆਂ ਆਲਸ ਆਏਗਾ, ਊਂਘ ਆਏਗੀ, ਨੀਂਦ ਆਏਗੀ। ਬਿਖ ਵਾਲੇ ਪਾਸੇ ਨਹੀਂ ਹੁੰਦੀ ਜੀ। ਨਿਮਖ ਨਾ ਹੋਏ ਉਦਾਸ, ਇਹ ਸਾਡੀ ਫਿਲਮ ਹੈ। ਤੇ ਨਾਲ ਦਵਾਈ ਕੀ ਹੈ? ਕਹੋ ਨਾਨਕ ਭਜ ਹਰ ਮਨਾ, ਪਰੈ ਨਾ ਜਮ ਕੀ ਫਾਸ। ਫਾਹੀ ਤੇਰੇ ਗਲ ਪੈ ਜਾਣੀ ਹੈ, ਤੇ ਜੇ ਤੂੰ ਬਚਣਾ ਚਾਹੁੰਦਾ ਫਾਹੀ ਤੋਂ, ਔਕਟ ਗਲੀਆਂ ਭੀੜੀਆਂ, ਜਿੱਥੇ ਔਖਾ ਰਾਹ ਆ ਨਾ ਜੀ, ਮਹਾਰਾਜ ਨੇ ਕਹਿੰਦੇ ਉੱਥੇ ਤੇ ਛਡਾਉਣ ਵਾਲਾ ਫਿਰ ਸਿਰਫ ਵਾਹਿਗੁਰੂ ਜੀ ਦਾ ਨਾਮ, ਗੁਣੀ ਨਿਧਾਨ ਦਾ ਨਾਮ ਹੈ। ਕਹੋ ਨਾਨਕ। ਸਾਧ ਸੰਗਤ,
ਮਾਫੀ ਮੰਗ ਕੇ ਕਹਿੰਦਾ ਥੋੜਾ ਜਿਹਾ ਇਹਨੂੰ ਗੰਭੀਰਤਾ ਨਾਲ ਸੋਚਿਓ। ਅਸੀਂ ਬੰਦਿਆਂ ਦੇ ਸਰੀਰਾਂ ਕਰਕੇ ਨਾ, ਸਰੀਰਾਂ ਦੀ ਪਹਿਚਾਣ ਕਰਕੇ, ਭਾਵੇਂ ਉਹ ਸਿੱਖੀ ਕਮਾਉਣ ਵਾਲੇ ਹੀ ਚਿਹਰੇ ਸਨ, ਅਸੀਂ ਉਹਨਾਂ ਦੇ ਚਿਹਰਿਆਂ ਦੀ ਪਹਿਚਾਣ ਕਰਕੇ ਧੜੇ ਬਣਾਏ। ਗੁਰੂ ਸਾਹਿਬ ਜੀ ਨੇ ਬਾਣੀ ਉਚਾਰਨ ਕਰਦਿਆਂ ਸਾਰੇ ਚਿਹਰੇ ਪਾਸੇ ਕਰਕੇ ਇੱਕੋ ਹੀ ਮੋਹਰ ਵਰਤੀ, ਕਹੋ ਨਾਨਕ। ਜੇ ਸਾਡੇ ਵਰਗੀ ਸੋਚ ਦੇ ਨਾਲ ਬਾਣੀ ਦਾ ਕਿਤੇ ਉਚਾਰ ਲਿਖਣਾ ਹੁੰਦਾ ਤੇ ਸ਼ਾਇਦ ਅਸੀਂ ਵੀ ਗੁਰੂਆਂ ਦੇ ਨਾਂ ਤੇ ਚਿਹਰੇ ਸਥਾਪਿਤ ਕਰਕੇ ਧੜੇ ਬਣਾ ਲੈਂਦੇ ਵੀ ਤੂੰ ਜ਼ਿਆਦਾ ਗੁਰੂ ਅਮਰਦਾਸ ਜੀ ਨੂੰ ਮੰਨਦਾ ਕਿ ਜ਼ਿਆਦਾ ਗੁਰੂ ਰਾਮਦਾਸ ਜੀ ਨੂੰ ਮੰਨਦਾ, ਭੱਲਿਆਂ ਨੂੰ ਕਿ ਤਰੇੜਾਂ ਨੂੰ ਕਿ ਸੋਢੀਆਂ ਨੂੰ। ਤੇ ਜੇ ਸਤਿਗੁਰੂ ਜੀ ਨੇ ਇਦਾਂ ਨਹੀਂ ਕੀਤਾ, ਛਿਆਂ ਹੀ ਪਾਤਸ਼ਾਹੀਆਂ ਨੇ ਸਿਰਫ ਇੱਕ ਚਿਹਰਾ, ਆਪ ਨਾਰਾਇਣ ਕਲਾਧਾਰ, ਫਿਰ ਅਸੀਂ ਵੀ ਇਦਾਂ ਨਾ ਕਰੀਏ। ਇਹ ਇੱਕ ਅਲੱਗ ਇਸ਼ੂ ਹੈ ਇਸ ਪ੍ਰਕਰਨ ਦੇ ਨਾਲ। ਕਹੋ ਨਾਨਕ ਸ਼ਬਦ ਆਇਆ, ਮੈਂ ਤਾਂ ਬੇਨਤੀ ਕਰ ਰਿਹਾ, ਸਾਨੂੰ ਵੀ ਅਧਿਕਾਰ ਨਹੀਂ, ਅਸੀਂ ਚੰਗਾ ਨਹੀਂ ਕਰ ਰਹੇ ਹੋਵਾਂਗੇ ਜਦੋਂ ਅਸੀਂ ਇਤਿਹਾਸ ਦੇ ਪਾਤਰਾਂ ਦੇ ਚਿਹਰਿਆਂ ਤੋਂ ਆਪਣੇ ਧੜਿਆਂ ਨੂੰ ਵੰਡਣ ਦਾ ਯਤਨ ਕਰ ਰਹੇ ਹੋਵਾਂਗੇ। ਸੋ ਮਹਾਰਾਜ ਜੀ ਮੋਹਰ ਲਾ ਕੇ ਕਹਿੰਦੇ ਕਹੋ ਨਾਨਕ, ਕਹਿ ਰਹੇ ਨੇ ਗੁਰੂ ਨਾਨਕ, ਬੋਲ ਰਹੇ ਨੇ, ਭਜ ਹਰ ਮਨਾ। ਫਿਰ ਕੀ ਫਾਇਦਾ ਹੋਏਗਾ? ਪਰੈ ਨਾ ਜਮ ਕੀ ਫਾਸ, ਫਾਹੀ ਵਿੱਚ ਨਹੀਂ ਪਏਗਾ। ਹੁਣ ਅਗਲਾ ਬਚਨ ਬੜਾ ਹੀ ਪਿਆਰਾ ਜੀ, ਇੱਕ ਇੱਕ ਬਚਨ ਰਸ ਦੇਵੇਗਾ। ਤਰੁਣਾ ਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ, ਕਹੋ ਨਾਨਕ ਭਜ ਹਰ ਮਨਾ, ਔਦ ਜਾਤ ਹੈ ਬੀਤ। ਔਦ ਦੀ ਗੱਲ ਚੱਲ ਰਹੀ, ਉਮਰ ਦੀ। ਤੇ ਮਹਾਰਾਜ ਕਹਿੰਦੇ ਵੀ ਪਹਿਲਾਂ ਬਚਪਨ ਸੀ, ਫਿਰ ਜਵਾਨੀ ਆਈ, ਫਿਰ ਬੁਢਾਪਾ ਆਇਆ। ਨਾ ਬਚਪਨ ਰਿਹਾ, ਨਾ ਜਵਾਨੀ ਰਹਿਣੀ, ਨਾ ਬੁਢਾਪਾ ਰਹਿਣਾ। ਤਰੁਣ ਅਵਸਥਾ, ਤਰੁਣ ਕਹਿੰਦੇ ਜਵਾਨ ਅਵਸਥਾ, ਬਲਵਾਨ, ਤਾਕਤਵਰ। ਤੇ ਤਾਕਤ ਦਾ ਬੜਾ ਨਸ਼ਾ ਹੁੰਦਾ, ਭਾਵੇਂ ਉਹ ਪੈਸੇ ਦੀ ਹੋਵੇ, ਰਾਜਸੀ ਹੋਵੇ, ਪਦਵੀ ਦੀ ਹੋਵੇ, ਸਰੀਰ ਦੀ ਹੋਵੇ। ਬੜਾ ਹੰਕਾਰ ਹੁੰਦਾ ਜੀ, ਬੜਾ ਗਰੂਰ ਹੁੰਦਾ। ਅਸੀਂ ਪੜ੍ਹਦੇ ਸੀ, ਸ਼ਾਮ ਦਾ ਵੇਲਾ ਹੋਸਟਲ 'ਚ ਸੀ ਅਸੀਂ, ਤੇ 8-9 ਇੱਦਾਂ ਹੀ ਸਾਥੀ ਆਪਣੀ ਮੌਜ ਮਸਤੀ 'ਚ ਤੁਰੇ ਜਾ ਰਹੇ ਹਾਂ, ਤੇ ਬਜ਼ੁਰਗ ਬਾਬਾ ਗੁਜ਼ਰ ਰਿਹਾ ਸੀ, ਤੇ ਅਸੀਂ ਉਹਦੀ ਚਾਲ ਬੜੀ ਮੱਧਮ, ਬਜ਼ੁਰਗ ਸੀ। ਅਸੀਂ ਚੜ੍ਹਦੀ ਉਮਰ ਦੇ ਸਾਰੇ ਨੌਜਵਾਨ, ਤੇ ਆਪਣੀ ਮਸਤੀ 'ਚ ਹੱਸਦੇ ਖੇਡਦੇ ਗੁਆਚੇ ਹੋਏ। ਜਦੋਂ ਉਸ ਬਾਪੂ ਕੋਲੋਂ ਦੀ ਲੰਘੇ ਨਾ, ਪਤਾ ਨਹੀਂ ਸ਼ਾਇਦ ਉਸ ਬਾਪੂ ਨੂੰ ਐਂ ਲੱਗਿਆ ਵੀ ਇਹ ਮੇਰੇ ਬਾਰੇ ਕੋਈ ਗੱਲ ਕਰਕੇ ਹੱਸਦੇ, ਪਰ ਉਹਨੇ ਇੱਕ ਹੌਕਾ ਲੈ ਕੇ ਇੱਕ ਗੱਲ ਕਹੀ ਸਾਨੂੰ ਸਾਧ ਸੰਗਤ, ਮੈਨੂੰ ਭੁੱਲਦੀ ਨਹੀਂ, ਔਰ ਬੜੀ ਸਿੱਖਿਆ ਸੀ ਇਸ ਗੱਲ 'ਚ। ਕਹਿੰਦੇ ਪੁੱਤਰੋ, ਜਿਹੜੀ ਤੁਹਾਡੇ ਕੋਲ ਹੈ ਨਾ, ਇਹ ਮੇਰੇ ਕੋਲੋਂ ਹੋ ਕੇ ਗੁਜ਼ਰੀ ਹੈ, ਇਹ ਠਹਿਰਦੀ ਨਹੀਂ ਹੁੰਦੀ। ਸ਼ਾਇਦ ਉਦੋਂ ਤੇ ਅਸੀਂ ਉਸ ਰਮਜ ਨੂੰ ਨਾ ਸਮਝ ਸਕੇ ਹੋਈ, ਪਰ ਫਿਰ ਸਤਿਗੁਰੂ ਜੀ ਦੇ ਬਚਨਾਂ ਨੇ ਸਮਝਾਇਆ ਵੀ ਭਲਿਆ, ਇਹ ਤਾਕਤ ਭਾਵੇਂ ਉਹ ਸਰੀਰ ਦੀ ਹੈ, ਭਾਵੇਂ ਕਿਸੇ ਹੋਰ ਤਰ੍ਹਾਂ ਦੀ ਹੈ, ਇਹ ਸਦਾ ਨਹੀਂ ਰਹਿੰਦੀ ਹੁੰਦੀ। ਤੇ ਜੇ ਕੋਈ ਬਲ ਆਉਂਦਾ ਨਾ, ਮੰਨ ਲਓ ਕਿਸੇ ਕੋਲ ਕਲਮ ਦੀ ਤਾਕਤ ਹੈ, ਰਾਜ ਸਤਾ ਹੈ, ਨੇਕੀ ਕਮਾਉਣ ਵਾਲੇ ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆ, ਇਕੱਲੇ ਸਿੱਖ ਨਹੀਂ, ਦੁਨੀਆ ਯਾਦ ਕਰ ਰਹੀ। ਉਹ ਭੁੱਖਿਆਂ ਦੇ ਘਰਾਂ 'ਚ ਅੰਨ ਪਹੁੰਚਾਉਂਦਾ ਸੀ, ਤੇ ਅੰਨ ਖੋਣ ਵਾਲਿਆਂ ਨੂੰ ਵੀ ਕਰੇਗੀ। ਤਾਕਤ ਨਹੀਂ ਰਹਿਣੀ ਹੁੰਦੀ ਸਦਾ। ਤੇ ਸਾਨੂੰ ਮਹਾਰਾਜ ਕਹਿੰਦੇ ਵੀ ਇਹ ਜਿਹੜੀ ਤਾਕਤ ਹੈ ਨਾ, ਜੋਬਨ ਤੇ ਤਾਕਤ, ਭਾਵੇਂ ਸਰੀਰ ਜੋਬਨ ਤੇ ਹੋਵੇ, ਭਾਵੇਂ ਕੋਈ ਹੋਰ ਮਾਇਆ ਕਰਕੇ ਵੀ ਬੰਦਾ ਜੋਬਨ ਤੇ ਸਿਖਰਾਂ ਨੂੰ ਛੁੰਹਦਾ, ਜਾਂ ਸਰਕਾਰੀ ਪ੍ਰਭਤਾ ਸ਼ੋਹਰਤ ਕਰਕੇ ਵੀ ਸਿਖਰਾਂ ਨੂੰ ਛੁੰਹਦਾ, ਉਹ ਵੀ ਜੋਬਨ ਹੀ ਹੈ। ਮਹਾਰਾਜ ਕਹਿੰਦੇ ਜਿਹੜਾ ਤੇਰਾ ਤਾਕਤ ਦਾ, ਸੱਤਿਆ ਦਾ, ਬਲ ਦਾ ਸਮਾਂ, ਤਰੁਣਾ ਪੋ, ਤਰੁਣ ਅਵਸਥਾ, ਜਵਾਨੀ ਦੀ ਅਵਸਥਾ, ਜੋਬਨ ਦੀ ਅਵਸਥਾ, ਪ੍ਰਾਈਮ ਟਾਈਮ, ਗੋਲਡ ਟਾਈਮ ਜ਼ਿੰਦਗੀ ਦਾ, ਇਉਂ ਹੀ ਗਇਓ। ਮਾਰ ਬੁੱਕਲ 'ਚ ਝਾਤ, ਤਾਕਤ ਦੇ ਨਾਲ ਕੋਈ ਨੇਕੀ ਕਮਾਈ। ਮਹਾਰਾਜਾ ਰਣਜੀਤ ਸਿੰਘ ਤੇ ਸਿਰ ਤੇ ਪੰਡ ਚੁੱਕ ਕੇ ਤੇ ਭੁੱਖਿਆਂ ਦੇ ਘਰ ਭੋਜਨ ਪਹੁੰਚਾ ਕੇ ਆਉਂਦਾ ਸੀ। ਵੱਡੇ ਮੋਚੀ ਦੀਆਂ ਅਸੀਸਾਂ ਮਿਲਦੀਆਂ ਸੀ, ਉਹ ਖੁਦਾ ਖੁਦਾ ਕਹਿ ਕੇ ਅਸੀਸਾਂ ਨਾਲ ਝੋਲੀ ਭਰ ਦਿੰਦਾ ਸੀ। ਜਵਾਨਾ, ਸਾਧ ਸੰਗਤ ਜੀ, ਕਿਸੇ ਵੀ ਕਿਸਮ ਦੀ ਤਾਕਤ, ਮੈਂ ਫਿਰ ਬੇਨਤੀ ਕਰ ਰਿਹਾ, ਜੋਬਨ ਕਿਸੇ ਕਿਸਮ ਦਾ ਵੀ ਹੋ ਸਕਦਾ ਹੈ, ਤੇ ਜਦੋਂ ਬੰਦੇ ਕੋਲ ਤਾਕਤ ਹੋਵੇ,
ਉਦੋਂ ਮੌਕਾ ਹੁੰਦਾ ਕੁਝ ਨੇਕੀ ਕਰਨ ਦਾ। ਜੇ ਉਦੋਂ ਨਹੀਂ ਕਰ ਸਕਿਆ ਫਿਰ ਤੇ ਆਪ ਮੁਥਾਜ ਹੋ ਜਾਂਦਾ, ਫਿਰ ਕੀ ਕਰੇਗਾ। ਤਰੁਣਾ ਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਜਰਾ, ਜ਼ਰ ਕਹਿੰਦੇ ਆ ਬੁਢੇਪਾ। ਬੁਢੇਪੇ ਨੇ ਤੇਰੇ ਜਿਸਮ ਨੂੰ ਜਿੱਤ ਲੈਣਾ, ਹਾਵੀ ਹੋ ਜਾਣਾ, ਭਾਰੂ ਪੈ ਜਾਣਾ, ਸਿਰ ਕੰਬਣਾ ਤੇ ਪੈਰ ਡਗਮਗਾਉਣੇ ਆ। ਅੱਖਾਂ ਦੀ ਜੋਤ ਨੇ ਜਵਾਬ ਦੇ ਜਾਣਾ। ਸਿਰ ਕੰਪਿਓ, ਫਿਲਮ ਪੇਸ਼ ਕੀਤੀ ਸਾਡੀ, ਪੱਗ ਡਗਮਗੇ, ਨੈਣ ਜੋਤ ਤੇ ਹੀਣੇ ਹੋ ਗਏ ਜੀ। ਕੀ ਕਰੇਗਾ ਤੂੰ? ਜਰਾ ਨੇ ਜਿੱਤ ਲੈਣਾ। ਨਹੀਂ ਨਹੀਂ, ਬੰਦਾ ਬੜਾ ਗਰੂਰ ਚ ਭਰਿਆ ਹੋਇਆ। ਮੈਂ ਬੇਨਤੀ ਕਈ ਵਾਰੀ ਕਰਦਾ ਹੁੰਦਾ, ਰੱਬ ਨੇ ਨਾ ਸੁਨੇਹਾ ਦਿੱਤਾ ਇੱਕ ਇੱਕ ਜਦੋਂ ਚਿੱਟਾ ਹੋਣਾ ਸ਼ੁਰੂ ਹੋਇਆ ਕਿ ਮਿੱਤਰਾ ਸਮਾਂ ਗੁਜ਼ਰ ਰਿਹਾ, ਤੇ ਰੱਬ ਦਾ ਸ਼ਰੀਕਾ ਕਰਨ ਵਾਲੇ ਨੇ ਕਿਹਾ ਕੋਈ ਗੱਲ ਨਹੀਂ, 5 ਰੁਪਏ ਦੀ ਡੱਬੀ ਆਏਗੀ, ਮੈਂ ਬੁਢੇਪੇ ਦਾ ਪਤਾ ਹੀ ਨਹੀਂ ਲੱਗਣ ਦੇਣਾ। ਸਾਡੀਆਂ ਭੈਣਾਂ ਨੇ ਵੀ, ਵੀਰਾਂ ਨੇ ਵੀ। ਗੁਰੂ ਸਾਹਿਬ ਜੀ ਕਹਿੰਦੇ ਕੀ ਕਰੇਗਾ ਤੂੰ, ਕਿੰਨੀ ਕੁ ਦੇਰ ਪਰੇ ਪਰੇ ਕਰਕੇ ਸੁੱਟੇਗਾ ਇਹਨੂੰ। ਇਹ ਕਾਲਖ ਮੂੰਹ ਤੇ ਪੋਤ ਕੇ ਕਿੰਨੀ ਕੁ ਦੇਰ ਪਰੇ ਪਰੇ ਕਰਕੇ ਸੁੱਟੇਗਾ ਤੂੰ। ਬਾਣੀ ਚ ਬਚਨ ਕਿਹਾ, ਜੇ ਜਰਵਾਣਾ ਪਰ ਹਰੈ। ਹੁਣ ਤਾਕਤ ਵਾਲਾ ਕਹਿੰਦਾ ਨਹੀਂ ਨਹੀਂ, ਮੇਰੇ ਚ ਬੜੀ ਤਾਕਤ, ਮੈਂ ਤਰੀਕੇ ਬੜੇ ਵਰਤਨੇ ਆ, ਮੈਂ ਤਗੜੇ ਹੀ ਰਹਿਣਾ, ਜਵਾਨ ਹੀ ਰਹਿਣਾ। ਜੇ ਜਰਵਾਣਾ ਪਰ ਹਰੈ, ਜਰ ਵੇਸ ਕਰਿੰਦੀ ਆਈ ਹੈ, ਕੁਰ ਹੈ ਨਾ ਭਰੀਆ ਪਾਈ ਹੈ। ਜਦੋਂ ਇਹ ਪਾਈ ਭਰ ਗਈ, ਇਹਨੇ ਉਲਟਣਾ ਹੀ ਉਲਟਣਾ। ਇਸ ਵਾਸਤੇ ਕਿੰਨੀ ਕੁ ਦੇਰ ਧੱਕ ਧੱਕ ਕੇ ਪਰੇ ਸੁੱਟੇਗਾ। ਇਹਨੇ ਕਈ ਵੇਸ ਬਣਾ ਕੇ, ਠੀਕ ਹੈ, ਇਹਨੂੰ ਚਿੱਟਿਆਂ ਤੋਂ ਕਾਲੇ ਕਰ ਲੇਗਾ, ਸਿਰ ਰੰਗ ਲੇਗਾ, ਹੋਰ ਕਈ ਤਰ੍ਹਾਂ ਦੇ ਵੇਸ ਇਹਨੇ ਬਣਾ ਲੈਣੇ ਜੀ। ਤੇਰੀ ਚਮੜੀ ਨੇ ਦੱਸਣ ਲੱਗ ਪੈਣਾ, ਤੇਰੀਆਂ ਅੱਖਾਂ, ਤੇਰੇ ਦੰਦ, ਤੇਰੇ ਕੰਨ, ਬਹੁਤ ਕੁਝ ਦੱਸਣ ਲੱਗ ਪੈਣਗੇ ਕਿ ਗਿਆ ਬਲ। ਇਹ ਸਰੀਰ ਤੇਰਾ ਕੰਬਣਾ ਹੈ, ਤੂੰ ਲੋਕਾਂ ਦੇ ਮੁਥਾਜ ਹੋ ਜਾਣਾ। ਤੇਰੀ ਬੁੱਕ 'ਚ ਪਾਣੀ ਕਿਸੇ ਨੇ ਨਹੀਂ ਪਾਉਣਾ। ਜੇ ਅੱਜ ਤੇਰੇ ਕੋਲ ਜੋਬਨ ਹੈ, ਤਾਕਤ ਹੈ, ਸੱਤਿਆ ਹੈ, ਤੇ ਇਹਨੂੰ ਐਵੇਂ ਨਾ ਗਵਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ, ਤਰਣਾ ਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਫਿਰ ਬਲ ਹਾਰ ਗਿਆ, ਤਾਣ ਮੁੱਕ ਗਿਆ, ਫਿਰ ਕਿਸੇ ਦਾ ਮੁਥਾਜ ਹੋ ਗਿਆ, ਜਿੱਤ ਲਿਆ ਇਸ ਕਮਜ਼ੋਰੀ ਨੇ। ਕਹੋ ਨਾਨਕ ਭਜ ਹਰ ਮਨਾ, ਔਦ ਜਾਤ ਹੈ ਬੀਤ। ਔਦ ਉਮਰ ਬੀਤ ਗਈ, ਬੀਤ ਜੈ ਹੈ, ਬੀਤ ਜੈ ਹੈ, ਜਨਮਿਆ ਕਾਜ ਰੇ। ਤੇ ਨਾਲ ਮਾਰੇ ਕਹਿੰਦੇ ਕਾਲ ਤੋਂ ਪਹੁੰਚਿਆ ਆਨ, ਕਹਾਂ ਜਾਏ ਭਾਗ ਰੇ। ਕਿਤੇ ਕਿੰਨਾ ਕੁ ਦੌੜੇਗਾ ਭਾਈ, ਕਾਲ ਨੂੰ ਧੋਖਾ ਦੇ ਲੇਗਾ, ਮੂੰਹ ਸਿਰ ਕਾਲਾ ਕਰਕੇ ਤੂੰ ਮੈਨੂੰ ਨਹੀਂ ਭੁੱਲਦਾ। ਮਸਕੀਨ ਸਾਹਿਬ ਜੀ ਬਹੁਤ ਵਾਰੀ ਵਰਤਦੇ ਹੁੰਦੇ ਸੀ, ਕਿਉਂਕਿ ਉਹ ਸ਼ਹਿਰੀ ਏਰੀਏ 'ਚ ਬਹੁਤੀ ਕਥਾ ਕਰਦੇ ਸੀ ਨਾ, ਉੱਥੇ ਲੋੜ ਪੈਂਦੀ ਸੀ। ਉਹਨਾਂ ਬੜੀ ਵਾਰੀ ਮੈਂ ਉਹਨਾਂ ਦੀ ਰਸਨਾ ਤੋਂ ਸੁਣਿਆ, ਸੰਗਤ ਕੀਤੀ ਜਦੋਂ ਮਸਕੀਨ ਸਾਹਿਬ ਜੀ ਦੀ, ਕਿ ਬੂढ़े शेख ने इस उम्र में दाढ़ी स्याह की, क्या अभी भी नीयत बाकी है गुनाह की। ਮੂੰਹ ਕਾਲਾ ਕਰਕੇ ਤੇ ਅਜੇ ਉਹ ਲੱਤਾਂ ਭਾਵੇਂ ਕਬਰ 'ਚ ਨੇ, ਪਰ ਦੱਸਣਾ ਚਾਹੁੰਦਾ ਨਹੀਂ ਨਹੀਂ ਮੈਂ ਜਵਾਨ ਹੀ ਆ, ਨੀਅਤ ਮਾੜੀ ਹੈ ਨਾ। ਔਦ ਜਾ ਰਹੀ ਹੈ ਤੇਰੀ, ਦਿਨ ਤੇ ਪਹਿਰ। ਦਿਨ ਜਦੋਂ ਟੁੱਟ ਜਾਂਦਾ ਨਾ, ਜਿਵੇਂ ਲੋਕੀ ਕਹਿੰਦੇ 100 ਰੁਪਇਆ ਟੁੱਟ ਗਿਆ, 99 ਹੋ ਗਏ, ਥੱਲੇ ਨੂੰ ਆਉਣ ਲੱਗ ਪਏ। ਪ੍ਰਭਾਤ ਦਾ ਵੇਲਾ ਹੋਇਆ, ਰਾਤ ਗੁਜ਼ਰ ਗਈ, ਦਿਨ ਟੁੱਟਿਆ, ਫਿਰ ਉਹ ਪੈਰਾਂ 'ਚ ਗਿਣਤੀ ਹੋਣ ਲੱਗ ਪੈਂਦੀ। ਪੈਰ ਵੀ ਬੀਤ ਗਿਆ, ਘੜੀਆਂ 'ਚ ਗਿਣਤੀ ਹੋਣ ਲੱਗ ਪੈਂਦੀ। ਦਿਨ ਤੇ ਪਹਿਰ, ਪੈਰ ਤੇ ਘੜੀਆਂ, ਫਿਰ ਪਹਿਲਾਂ ਘੰਟੇ, ਫਿਰ ਮਿੰਟ, ਫਿਰ ਸੈਕਿੰਡ, ਐਦਾਂ ਜ਼ਿੰਦਗੀ ਟੁੱਟਦੀ ਹੈ। ਘਟਨਾ ਤੂੰ ਸੋਚ ਰਿਹਾ ਮੈਂ 40 ਦਾ ਹੋ ਗਿਆ, 50 ਦਾ ਹੋ ਗਿਆ, ਘਟ ਰਿਹਾ। ਔਦ ਜਾਤ ਹੈ ਬੀਤ, ਕਹੋ ਨਾਨਕ ਭਜ ਹਰ ਮਨਾ। ਅਜੇ ਵੀ ਵੇਲਾ ਹੀ, ਅਜੇ ਵੀ ਵੇਲਾ ਹੀ। ਦੋਨੋਂ ਪੈਰਲਰ ਨਾ, ਇੱਕ ਇੱਕ ਬੰਦ ਦੇ ਅੰਦਰ ਦੋਨੋਂ ਪੈਰਲਰ ਗੱਲਾਂ, ਵੀ ਤੂੰ ਇੱਥੇ ਖੜਾ ਤੇ ਗੁਰੂ ਸਾਹਿਬ ਜੀ ਬਾਂਹ ਫੜ ਕੇ ਕਹਿ ਰਹੇ ਅਜੇ ਵੀ ਵੇਲਾ ਹੀ, ਆ ਜਾ ਇੱਧਰ।
ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਣ। ਅੱਛਾ, ਸਮਾਂ ਮੁੱਕ ਗਿਆ ਮੇਰਾ, ਉਹ ਮੈਂ ਤੇ ਜਾਗਿਆ ਹੀ ਨਹੀਂ। ਇੱਕ ਸੀ ਗੁਰੂ ਦੀ ਆਵਾਜ਼ ਸੁਣ ਕੇ ਜਾਗਣਾ, ਤੇ ਜੇ ਗੁਰੂ ਦੀ ਆਵਾਜ਼ ਸੁਣ ਕੇ ਨਹੀਂ ਜਾਗਿਆ ਫਿਰ ਕਦੋਂ ਜਾਗੇਗਾ? ਜਦੋਂ ਜਮਾਂ ਦਾ ਡੰਡਾ ਸਿਰ 'ਚ ਵੱਜੇਗਾ। ਗੁਰੂ ਦੀ ਆਵਾਜ਼ ਸੁਣ ਕੇ ਜਾਗੇਗਾ ਤੇ ਵੇਲਾ ਹੈ, ਤੇ ਜਦੋਂ ਜਮਾਂ ਦੇ ਡੰਡੇ ਨਾਲ ਜਾਗੇਗਾ ਫਿਰ ਵੇਲਾ ਨਹੀਂ ਹੋਣਾ। ਗੁਰੂ ਦੀ ਆਵਾਜ਼ ਆ ਰਹੀ ਹੈ, ਜਾਗ ਰੇ ਮਨ ਜਾਗਣ ਹਾਰੇ, ਬਿਨ ਹਰ ਅਵਰ ਨਾ ਆਵਸ ਕਾਮਾ, ਝੂਠਾ ਮੋਹ ਮਿਥਿਆ ਪਾਸਾਰੇ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਬੜਾ ਦਿਲਦਰੀ ਹੈ, ਨਹੀਂ ਜਾਗਿਆ ਤੇ ਚਲੋ ਕੋਈ ਗੱਲ ਨਹੀਂ, ਕਹੋ ਕਬੀਰ ਤਬ ਹੀ ਨਰ ਜਾਗਿਆ, ਫਿਰ ਜਾਗ ਜੀ। ਜਮ ਕਾ ਡੰਡ, ਉਹਨਾਂ ਨੂੰ ਤਾਂ ਨਹੀਂ ਭੁਲੇਖਾ ਲੱਗਣਾ ਵੀ ਤੂੰ ਦਾੜੀ ਰੰਗੀ ਹੋਈ ਹੈ ਤੇ ਨਹੀਂ ਅਜੇ ਤੇਰਾ ਵੇਲਾ ਹੈ, ਤੂੰ ਜਵਾਨ ਹੀ ਹੈ ਅਜੇ। ਜਮਾਂ ਦਾ ਡੰਡਾ ਮੂੰਹ ਤੇ ਵੱਜੇਗਾ ਫਿਰ। ਬਿਰਧ ਭਇਓ ਸੂਝੈ ਨਹੀਂ, ਕਮਾਲ ਹੋ ਗਈ। ਉਮਰ ਲੰਘ ਗਈ ਹੈ, ਅਕਲ ਨਹੀਂ ਆਈ, ਇਹਨੂੰ ਸਮਝ ਨਹੀਂ ਆਈ। ਅਸੀਂ ਕਹਿੰਦੇ ਬਜ਼ੁਰਗ ਹੈ। ਸਾਧ ਸੰਗਤ, ਰੂਹਾਨੀ ਦੁਨੀਆ ਦੇ ਅੰਦਰ ਜਿਹੜੀ ਬਜ਼ੁਰਗੀ ਆ ਉਹ ਹੋਰ ਹੈ। ਮੈਂ ਬਚਨ ਕਰ ਰਿਹਾ ਸੀ ਇੱਕ ਦਿਨ ਸੁਕਰਾਤ ਜੀ ਦੇ, ਸ਼ਾਇਦ ਤੁਹਾਡੇ ਨਾਲ। ਉਹ ਕਹਿੰਦੇ ਵੀ ਇੱਕ ਵਕਤ ਸੀ ਜਦੋਂ ਮੇਰੀ ਮੱਤ ਕਹਿੰਦੀ ਸੀ ਮੈਂ ਸਾਰਾ ਕੁਝ ਜਾਣਦਾ, ਟੋਟਲ ਮੈਨੂੰ ਹਰ ਗੱਲ ਮੈਨੂੰ ਪੁੱਛੋ, ਮੈਂ ਜਾਣਦਾ, ਮੈਨੂੰ ਪੁੱਛੋ। ਕਹਿੰਦੇ ਉਹ ਮੇਰੇ ਆਤਮਿਕ ਮਾਰਗ ਦਾ ਬਚਪਨਾ ਸੀ। ਮੈਨੂੰ ਜਦੋਂ ਪਤਾ ਲੱਗਿਆ ਨਾ ਤੇ ਮੈਨੂੰ ਸਮਝ ਆਈ ਵੀ ਇਹ ਮੇਰਾ ਬਚਪਨਾ ਹੈ। ਕਹਿੰਦੇ ਜਦੋਂ ਇੱਕ ਫਿਰ ਵਕਤ ਪੜਾ ਆਇਆ ਕਿ ਮੈਨੂੰ ਇਦਾਂ ਲੱਗਿਆ ਕਿ ਨਹੀਂ, ਕੁਝ ਗੱਲਾਂ ਹਨ ਜਿਹੜੀਆਂ ਮੈਂ ਨਹੀਂ ਜਾਣਦਾ। ਉਦੋਂ ਸਮਝ ਲਓ ਵੀ ਮੈਂ ਮੱਧ 'ਚ ਖੜਾ ਸੀ, ਮੈਂ ਜਵਾਨੀ ਦੀ ਦਹਲੀਜ਼ ਤੇ ਸੀ। ਤੇ ਇੱਕ ਦਿਨ ਉਹ ਆਇਆ ਜਿੱਦਣ ਪਤਾ ਲੱਗਿਆ ਵੀ ਨਹੀਂ ਮੈਨੂੰ ਕੱਖ ਵੀ ਨਹੀਂ ਪਤਾ, ਉਦਣ ਮੇਰੇ ਕੋਲ ਬਜ਼ੁਰਗੀ ਆਈ। ਹੁਣ ਬਜ਼ੁਰਗੀ ਸਰੀਰ ਕਰਕੇ ਆ ਗਈ ਹੈ, ਉਮਰ ਲੰਘ ਗਈ ਹੈ, ਪਰ ਜਿਹੜੀ ਬਜ਼ੁਰਗੀ ਆਉਣੀ ਸੀ ਵੀ ਮੇਰੀ ਸਮਝ ਮੇਰੀ ਮੱਤ ਕੀ ਹੈ, ਉਹ ਬਜ਼ੁਰਗੀ ਨਹੀਂ ਆਈ। 100 ਸਾਲ ਦਾ ਵੀ ਚੰਚਲ ਬੱਚਾ ਹੈ, ਚੰਚਲ ਮੱਤ ਬਾਰਕ ਬੱਪਰੇ ਕੀ। 90 ਵਰਿਆਂ ਦਾ 80 ਵਰਿਆਂ ਦਾ ਹੋਇਆ ਵੀ ਅਜੇ ਅਣਜਾਣਾ ਹੈ, ਬੇਸਮਝ ਹੈ। ਬਿਰਧ ਭਇਓ ਸੁਝੈ ਨਹੀਂ, ਨਹੀਂ ਸੁਝਿਆ ਕੁਛ ਵੀ। ਕਾਲ ਪਹੁੰਚਿਓ ਆਣ, ਉਹ ਆ ਗਿਆ ਜੀ ਸਿਰ ਤੇ, ਉਹਨੇ ਤੇ ਆਉਣਾ ਹੀ ਸੀ। ਕਾਲ ਅਹੇਰੀ ਫਿਰੈ ਬਦਕ ਜਿਉ, ਉਹ ਤੇ ਮੈਂ ਮੰਡਰਾ ਰਿਹਾ ਸਾਡੇ ਸਿਰ ਤੇ। ਉਹਨੇ ਆਦ ਦਸਤਕ ਦਿੱਤੀ, ਚੱਲ ਪਈ, ਵਕਤ ਆ ਗਿਆ ਵੀ ਤੇਰਾ। ਕਾਲ ਦਾ ਮਤਲਬ ਸਮਾਂ। ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ। ਉਹ ਸੱਜਣਾ ਆ ਰਿਹਾ ਹੀ ਨੇੜੇ, ਸੋ ਦਿਨ ਆਵਣ ਲੱਗਾ, ਕਾਲ ਪਹੁੰਚ ਰਿਹਾ, ਕਿਉਂ ਨਾ ਭਜੈ। ਅਬ ਨਾ ਭਜਸ, ਭਜਸ ਕਬ, ਫਿਰ ਕਦੋਂ ਭਜੇਗਾ ਬਈ। ਸਾਨੂੰ ਮਹਾਰਾਜ ਪੁੱਛ ਰਹੇ ਵੀ ਕੀ ਹੋਇਆ, ਕਿਉਂ ਅਜੇ ਵੀ ਤੈਨੂੰ ਸਮਝ ਨਹੀਂ ਆ ਰਹੀ, ਤੈਨੂੰ ਨਹੀਂ ਦਿਸ ਰਿਹਾ ਤੇਰਾ ਸਮਾਂ ਮੁੱਕ ਰਿਹਾ। ਔਰ ਜਿਹੜਾ ਮੁੜ ਕੇ ਤੂੰ ਅਰਬਾਂ ਖਰਬਾਂ ਰੁਪਈਏ ਸਾਰੀ ਦੁਨੀਆ ਦੀ ਦੌਲਤ ਵੀ ਲਾਏਗਾ, ਤੂੰ ਕਹਿਣਾ ਵੀ ਮਿਲ ਜੇ, ਮਿਲਣਾ ਹੈ ਨਹੀਂ। ਤੇਰੀਆਂ ਨਬਜਾਂ ਫੜ ਕੇ ਵੈਦ ਬੈਠੇ ਹੋਣਗੇ, ਚੱਲਣੀ ਨਹੀਂ ਪੇਸ਼। ਸਿਕੰਦਰ ਕਹਿੰਦਾ ਸੀ ਮੇਰੀ ਅਰਥੀ ਮੇਰੇ ਵੈਦਾਂ ਨੂੰ ਕਹਿਓ ਉਹ ਚੁੱਕ ਕੇ ਲੈ ਕੇ ਜਾਣ, ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਜਿਹੜੇ ਕਹਿੰਦੇ ਸੀ ਅਸੀਂ ਸਿਕੰਦਰ ਨੂੰ ਜਾਣ ਨਹੀਂ ਦੇਣਾ, ਉਹ ਆਪਣੇ ਮੋਢਿਆਂ ਤੇ ਛੱਡ ਕੇ ਆਏ। ਬਿਰਧ ਪਇਓ, ਤੈਨੂੰ ਸਮਝ ਕਿਉਂ ਨਹੀਂ ਆ ਰਹੀ? ਕਿਉਂ ਨਾ ਭਜੈ, ਤੈਨੂੰ ਪੁੱਛ ਰਹੇ ਆ ਗੁਰੂ ਨਾਨਕ ਸਾਹਿਬ ਦੀ ਮੋਹਰ ਲਾ ਕੇ ਪਾਤਸ਼ਾਹ ਵੀ ਕੀ ਹੋਇਆ, ਤੈਨੂੰ ਕਿਉਂ ਨਹੀਂ ਅਕਲ ਆ ਰਹੀ? ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰਮਾਨ। ਮੇਰੀ ਇਸਤਰੀ, ਮੇਰੇ ਪੁੱਤਰ, ਮੇਰਾ ਸਾਰਾ ਕੁਛ ਮੇਰੀ ਮੇਰੀ ਕਰਤੇ ਜਨਮ ਗਿਆ, ਮੇਰੀ ਧਾਰ ਬੰਧਨ ਬੰਧਨਿਆ। ਉਹ ਜਿਨ੍ਹਾਂ ਨੇ ਰੰਗ ਵੇਖ ਲਏ ਸੀ ਨਾ ਸਾਰੇ, ਉਹ ਕਹਿੰਦੇ ਬੰਦਿਆ ਛੱਡ, ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਰੁੱਖ ਤੇ ਪੰਛੀ ਐਵੇਂ ਮਲਕੀਅਤ ਬਣਾ ਕੇ ਬੈਠਾ, ਹਾਇਓ ਮੇਰਾ ਹੀ ਰੁੱਖ ਹੋ ਗਿਆ, ਤੇਰੇ ਤੋਂ ਪਹਿਲਾਂ ਜੇ ਤਾਸਨ ਹਮ ਬੈਠੇ ਕਿਤੇ ਬੈਸ।
ਧਨ ਦਾਰਾ ਸੰਪਤ, ਜਿੰਨੀ ਇਸਤਰੀ ਦੌਲਤ ਸੰਪਤੀ, ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰ ਮਾਨ, ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਮੈਂ ਤੈਨੂੰ ਸੱਚੀ ਗੱਲ ਦੱਸਾਂ, ਇਹ ਜਿਹੜੀ ਸਾਰੀ ਜ਼ਿੰਦਗੀ ਤੂੰ ਜੱਫੇ ਮਾਰ ਕੇ ਪੰਡਾਂ ਬੰਨ੍ਹ ਕੇ ਤੂੰ ਇੰਨਾ ਜਕੜਿਆ ਪਿਆ ਨਾ, ਵੱਜਿਆ ਪਿਆ, ਫਸਿਆ ਪਿਆ, ਇੱਕ ਵੀ ਚੀਜ਼ ਤੇਰੀ ਨਹੀਂ ਹੈ ਤੇ ਨਾ ਤੇਰੇ ਨਾਲ ਨਿਭਣੀ ਹੈ। ਸਭ ਕੁਝ ਤੂੰ ਛੱਡ ਦੇਣਾ। ਸੰਗ ਸਖਾ ਸਭ ਤਜ ਗਏ, ਕੋ ਨ ਨਿਭਿਓ ਸਾਥ, ਕਹੋ ਨਾਨਕੇ ਬਿਪਤ ਮੈਂ ਟੇਕ ਏਕ ਰਘੁਨਾਥ। ਇਹ ਗੱਲ ਸੱਚੀ ਸਮਝ ਲੈ। ਇਨ ਮੈਂ ਕਛ ਸੰਗੀ ਨਹੀਂ, ਨਹੀਂ ਤੇਰਾ ਸੰਗੀ। ਨਾ ਇਹਨਾਂ ਵਾਸਤੇ ਪਾਪ ਕਮਾ, ਨਾ ਪਾਪ ਦੀਆਂ ਪੌੜੀਆਂ ਚੜ੍ਹ, ਨਾ ਜ਼ਿੰਦਗੀ ਦਾ ਬੇੜਾ ਗਰਕ ਕਰ। ਉਹਨਾਂ ਦੀ ਪਰਾ ਲਬਦ ਵਾਹਿਗੁਰੂ ਨੇ ਲਿਖੀ ਹੈ, ਨੇਕੀ ਕਮਾ ਚੰਗਿਆਈ ਕਮਾ। ਮਹਾਰਾਜ ਦਇਆ ਕਰਨ, ਸਾਧ ਸੰਗਤ ਸਿਰ ਤੇ ਹੱਥ ਰੱਖਣ। ਸਾਡੇ 5 ਸ਼ਲੋਕ ਅੱਜ ਹੋ ਗਏ ਤੇ ਇਹ ਦਾਤਾ ਜੀ ਦਇਆ ਕਰਨ। ਰਸ ਲਵੋ ਤੁਸੀਂ, ਆਨੰਦ ਮਾਣੋ, ਸੋਝੀ ਦੇਣ, ਅਸੀਸ ਦਿਓ, ਭੁੱਲਾਂ ਬਖਸ਼ਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।